ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਦੋਹਰਾ ਅੰਤਰ ਜਾਮੀ ਜਾਨਹੀ ਮਮ ਉਰ ਕੀਜੇ ਬਾਲ ਲੀਲਾ ਕੁਚਕ ਦਿਖਾਈ ਮੁਝ ਦੇਹੋ ਉਪਦੇਸ਼ ਦਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼, ਸੂਰਜ ਪ੍ਰਕਾਸ਼ ਵਿੱਚੋਂ ਗੁਰੂ ਨਾਨਕ ਚਮਤਕਾਰ। ਪਿਛਲੇ ਦਿਨੀ ਸਰਵਣ ਕੀਤਾ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਣਾ, ਉਸ ਤੋਂ ਉਪਰੰਤ ਉਹਨਾਂ ਦਾ ਨਾਮ ਨਾਨਕ ਰੱਖਣਾ। ਉਸ ਤੋਂ ਬਾਅਦ ਪੰਡ ਹਰਦਿਆਲ ਘਰ ਚਲਿਆ ਜਾਂਦਾ, ਪਰ ਜਾਂਦਾ ਜਾਂਦਾ ਰਸਤੇ ਵਿੱਚ ਅਰਦਾਸਾਂ ਕਰਦਾ, ਬੇਨਤੀਆਂ ਕਰਦਾ ਕਿ ਹੇ ਪਰਮੇਸ਼ਰ, ਜੇ ਇਹ ਬਾਲਕ ਤੇਰਾ ਅਵਤਾਰ ਹੈ, ਅੰਤਰਜਾਮੀ ਹੈ, ਮੇਰੇ ਹਿਰਦੇ ਦੀਆਂ ਜਾਣਦਾ ਹੈ, ਤਾਂ ਜਦੋਂ ਇਹ ਥੋੜ੍ਹਾ ਵੱਡਾ ਹੋਵੇ, ਕੁਝ ਗਿਆਨ ਦੇ ਬਚਨ ਕਰੇ, ਤੇ ਮੈਨੂੰ ਓਨਾ ਕੁ ਸਮਾਂ ਜ਼ਰੂਰ ਦਿਓ। ਇਹਦੀ ਲੀਲਾ, ਇਹਦੇ ਕੌਤਕ ਦੇਖ ਕੇ ਮੇਰਾ ਵੀ ਉਧਾਰ ਹੋਵੇ, ਮੈਂ ਵੀ ਉਪਦੇਸ਼ ਲਵਾਂ। ਪੰਡਤ ਹਰਦਿਆਲ ਨੇ ਕਹਿੰਦੇ ਉਸ ਦਿਨ 13 ਦਿਨਾਂ ਦੇ ਬਾਬਾ ਨਾਨਕ ਜੀ ਆ ਜਦੋਂ ਇਹਨੇ ਬੇਨਤੀ ਕੀਤੀ ਹੈ ਪਰਮੇਸ਼ਰ ਅੱਗੇ। ਅੱਗੇ ਚੱਲ ਕੇ ਪੰਡਤ ਹਰਦਿਆਲ ਦੀ ਇੱਛਾ ਪੂਰੀ ਕਰਦੇ ਆ ਸਤਿਗੁਰੂ ਨਾਨਕ। ਇਸ ਤਰ੍ਹਾਂ ਇਹ ਵਿਚਾਰਾਂ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਹੁਣ ਧੰਨ ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਵੱਡੇ ਹੋ ਰਹੇ ਨੇ, ਔਰ ਜਿਵੇਂ ਜਿਵੇਂ ਬਚਪਨ ਦੇ ਕੌਤਕੇ ਕਰਦੇ ਆਪਾਂ ਉਹ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੰਤਰ ਜਾਮੀ ਜਾਨਹੀ ਮਮ ਉਰ ਕੀਜੇ ਬਾਲ। ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਲਿਖਦੇ ਹਨ ਕਿ ਪੰਡਿਤ ਹਰਦਿਆਲ ਸਤਿਗੁਰਾਂ ਦੇ ਸਰੀਰ ਦੇ ਕੁਝ ਲੱਛਣ ਦੇਖ ਕੇ, ਕੁਝ ਸਮੇਂ ਦੀ ਵਿਚਾਰ ਕਰਕੇ, ਉਹਨਾਂ ਦੇ ਜਨਮ ਦਾ ਸਮਾਂ ਦੇਖ ਕਰਕੇ, ਅੰਮ੍ਰਿਤ ਵੇਲਾ ਰਾਤ ਦੇ 12 ਵਜੇ ਤੋਂ ਬਾਅਦ ਡੇਢ ਦੇ ਵਿਚਾਲੇ ਇਹਨਾਂ ਦਾ ਜਨਮ ਹੋਇਆ ਹੈ। ਔਰ ਜਾਂਦਾ ਜਾਂਦਾ ਬੇਨਤੀਆਂ ਕਰਦਾ ਕਿ ਜੇ ਇਹ ਬੱਚਾ ਵਾਕਿਆ ਹੀ ਪਰਮੇਸ਼ਰ ਦਾ ਅਵਤਾਰ ਹੈ, ਫਿਰ ਤਾਂ ਅੰਤਰਜਾਮੀ ਹੋਵੇਗਾ, ਮੇਰੇ ਹਿਰਦੇ ਦੀਆਂ ਜਾਣਦਾ ਹੈ, ਤਾਂ ਕਿਰਪਾ ਕਰੇ ਕਿ ਮੈਨੂੰ ਆਪਣੀ ਕੁਝ ਕੌਤਕ ਦਿਖਾ ਕਰਕੇ
ਮੇਰਾ ਉਧਾਰ ਕਰੇ, ਮੈਨੂੰ ਉਪਦੇਸ਼ ਬਖਸ਼ਿਸ਼ ਕਰੇ ਜੀ। लीला कछक दिखाए मुझ देहु उपदेश दयाल। ਜੇ ਤੁਸੀਂ ਮੇਰੇ ਹਿਰਦੇ ਦੀਆਂ ਜਾਣਦੇ ਹੋ ਤੇ ਮੈਨੂੰ ਉਹਨਾਂ ਕੁ ਸਮਾਂ ਜ਼ਰੂਰ ਹੋਰ ਦਿਓ ਜਿੰਨਾ ਚਿਰ ਆਪ ਜੀ ਵੱਡੇ ਹੋ ਕੇ ਕੁਝ ਉਪਦੇਸ਼ ਨਹੀਂ ਦਿੰਦੇ। चौपई सहत ज्ञान के बोले जब लो राखो ए शरीर ममता बलो। ਜਿੰਨਾ ਚਿਰ ਤੁਸੀਂ ਗਿਆਨ ਸਹਿਤ ਭਾਵ ਵੱਡੇ ਨਹੀਂ ਹੋ ਜਾਂਦੇ ਔਰ ਗਿਆਨ ਦੇਣ ਨਹੀਂ ਲੱਗ ਜਾਂਦੇ ਉਹਨਾਂ ਚਿਰ ਮੈਨੂੰ ਜਿਹੜਾ ਸਰੀਰ ਦਾ ਉਮਰ ਹੋਰ ਬਖਸ਼ੋ, ਕਿਉਂਕਿ ਬੰਦੇ ਦਾ ਪਤਾ ਕੋਈ ਨਹੀਂ ਕੱਲ ਦਾ। ਇਸ ਕਰਕੇ ਇਹ ਹਰਦਿਆਲ ਬੇਨਤੀ ਕਰਦਾ ਹੈ ਜੀ। करत मनोरथ ग्यो न कीता जपत नाम अवरगे हिता। ਔਰ ਅਪਵਰਗ ਹੈ ਭਾਵ ਮੁਕਤੀ ਦਾ ਦਾਤਾ ਪਰਮੇਸ਼ਰ। ਪਰ ਜੇ ਬੱਚਾ ਪਰਮੇਸ਼ਰ ਦਾ ਅਵਤਾਰ ਹੈ ਤੇ ਮੈਂ ਬੇਨਤੀ ਕਰਦਾ ਹਾਂ ਮੇਰੇ ਮਨ ਦਾ ਮਨੋਰਥ ਪੂਰਾ ਕਰੇ ਜੀ। तै पछताहे बीतो काला सने सने तन होत विशाला। ਤੇ ਪਛਤਾਤਾ ਉਸ ਤੋਂ ਬਾਅਦ ਫਿਰ ਪੰਡਤ ਹਰਦਿਆਲ ਘਰ ਚਲਿਆ ਗਿਆ। ਧੰਨ ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਸਮੇਂ ਦੇ ਮੁਤਾਬਕ ਵੱਡੇ ਹੋਣ ਲੱਗੇ ਜੀ। जे विद हृदय ज्ञान मोखो नित प्रत बदत दवैत हत दोखो। ਜਿਵੇਂ ਮਨੁੱਖ ਦੇ ਹਿਰਦੇ ਵਿੱਚ ਗਿਆਨ ਦਾ ਵਾਧਾ ਹੁੰਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਸਰੀਰ ਦਾ ਵੀ ਵਾਧਾ ਹੁੰਦਾ ਜਾਂਦਾ ਹੈ। ਮਮੋਖੋ ਭਾਵ ਮੁਕਤੀ ਦੇ ਦਾਤਾ ਚਾਹਵਾਨਾਂ ਦੇ ਹਿਰਦੇ ਵਿੱਚ ਜਿਵੇਂ ਰੋਜ਼ ਗਿਆਨ ਵੱਧਦਾ ਹੈ ਇਉਂ ਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਵੱਡੇ ਹੋਣ ਲੱਗੇ ਹਨ। कपित विद से विराग पद हर से ज्ञान पाल। शिव से विकार नाश सतगुर दास के। ਭਾਈ ਸਾਹਿਬ ਸੰਤੋਖ ਸਿੰਘ ਕਵੀ ਇੱਕ ਕਵਿਤ ਲਿਖਦੇ ਹਨ ਜਿਹਦੇ ਵਿੱਚ ਪਰਮੇਸ਼ਰ ਦੀ ਸਿਫਤ ਕਰਦੇ ਹੈ। ਕਹਿੰਦਾ ਵਿਧੀ ਸੇ ਵਿਰਾਗ ਪ੍ਰਦ ਬ੍ਰਹਮਾ ਜਿਹੜਾ ਹੈ ਬ੍ਰਹਮਾ ਬ੍ਰਾਂਗ ਬਰਾਤ ਦੇ ਦਾਤੇ, ਵਿਸ਼ਨੂੰ ਵਾਂਗ ਗਿਆਨ ਦੇ ਦਾਤੇ ਔਰ ਸ਼ਿਵ ਦੀ ਨਿਆਈ ਅਗਿਆਨਤਾ ਦਾ ਖਾਤਮਾ ਕਰਨ ਵਾਲੇ। शीतकर जैसे शीतकर सो विशाकन ते तिमर हरण से तिमर मोह फास के। ਜਿਵੇਂ ਸੀਤ ਠੰਡ ਦਾ ਸੁਭਾਅ ਹੈ ਗਰਮੀ ਖਤਮ ਕਰਨੀ ਠੰਡਕ ਦੇਣੀ, ਜਿਵੇਂ ਅੱਗ ਦਾ ਸੁਭਾਅ ਹੈ ਗੁਰੂ ਪਿਆਰਿਓ ਪ੍ਰਕਾਸ਼ ਕਰਨਾ, ਇਸੇ ਤਰ੍ਹਾਂ ਹੀ ਇਸ ਆਉਣ ਵਾਲੇ ਬਾਲਕ ਵਿੱਚ ਇਹ ਗੁਣ ਦੱਸਦੇ ਹਨ। ਭਾਈ ਸੰਤੋਖ ਸਿੰਘ ਕਵੀ ਸਿਫਤ ਲਿਖਦੇ ਆ ਕਿ ਐਸੇ ਇਹ ਬਾਲਕੇ ਮਹਿਤਾ ਕਾਲੂ ਜੀ ਦੇ ਪੁੱਤਰ ਵਿਸ਼ੇ ਵਿਕਾਰਾਂ ਦੀ ਅਗਨੀ ਨੂੰ ਸ਼ਾਂਤ ਕਰਨ ਵਾਲੇ। ਜਿਵੇਂ ਠੰਡ ਜਿਹੜੀ ਹੈ ਗਰਮੀ ਨੂੰ ਸ਼ਾਂਤ ਕਰਨ ਵਾਲੀ ਹੈ, ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਮੱਚਦੀ ਹੈ। ਸੀਤਕਾਰ ਜੈਸੇ ਠੰਡਕ ਦੇਣ ਦੀ ਰੁੱਤ ਹੁੰਦੀ ਹੈ, ਠੰਡ ਦਿੰਦੀ ਹੈ, ਇਸੇ ਤਰ੍ਹਾਂ ਇਹ ਨਾਨਕ ਜੀ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਬਚਾਉਣ ਵਾਲੇ। ਔਰ ਜਿਵੇਂ ਅਗਨੀ ਪ੍ਰਕਾਸ਼ ਕਰਦੀ ਹੈ ਇਸੇ ਤਰ੍ਹਾਂ ਹੀ ਅਗਿਆਨਤਾ ਦੇ ਹਨੇਰੇ ਨੂੰ ਤਿਮਰ। ਅਗਿਆਨਤਾ ਤਿਮਰ ਹੁੰਦਾ ਹਨੇਰਾ ਤੇ ਸਾਡੇ ਅੰਦਰ ਹੈ ਮੋਹ ਦਾ ਹਨੇਰਾ, ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ। तामर दे शुद्ध वद दीपक से दीप दीपै माया पिन जीव को दिखावे सो प्रकाश के। ਜਿਵੇਂ ਘਰ ਦੇ ਵਿੱਚ ਆਪਾਂ ਦੀਵਾ ਜਗਾਉਂਦੇ ਹਾਂ ਧਾਮ ਘਰ ਵਿੱਚ ਦੀਵਾ ਜਗਾਇਆ ਜਾਂਦਾ ਹੈ, ਐਵੇਂ ਸਿੱਖ ਦੇ ਹਿਰਦੇ ਵਿੱਚ ਗੁਰੂ ਗਿਆਨ ਦਾ ਦੀਵਾ ਜਗਾਉਣ ਵਾਲੇ। ਜਿਵੇਂ ਦੀਵਾ ਜਗਾਈਏ ਤੇ ਹਨੇਰਾ ਭੱਜ ਜਾਂਦਾ ਹੈ, ਗੁਰੂ ਦਾ ਗਿਆਨ ਜੀਵ ਦੇ ਹਿਰਦੇ ਵਿੱਚ ਪ੍ਰਕਾਸ਼ ਕਰਕੇ ਮਾਇਆ ਦਾ ਹਨੇਰਾ ਚੱਕਣ ਵਾਲੇ ਹਨ। ਜਿਵੇਂ ਪ੍ਰੀਤਮ ਬਚਨ ਲਿਖਦੇ ਆ ਬਾਣੀ ਵਿੱਚ, ਉੱਠ ਵੰਜੋ ਕਿਲ ਵੇਖੋ ਕਰਤਾ ਘਰ ਆਇਆ। चरण शरण कर परन हरन डर तारण तरन अरनव पवनाश के। ਹਾਂ ਐਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਉਹਨਾਂ ਦੇ ਚਰਨਾਂ ਦੀ ਸ਼ਰਨ ਪੈਂਦਾ ਹਾਂ। ਹਰਨ ਡਰ ਜਿਹੜੇ ਸਾਡੇ ਡਰਾਂ ਨੂੰ ਖਤਮ ਕਰਨ ਵਾਲੇ ਹਨ। ਹਰਨਾ ਹੁੰਦਾ ਹੈਗਾ ਜਿਵੇਂ ਸੀਤਾ ਹਰਨ ਸ਼ਬਦ ਹੈ ਵੀ ਸੀਤਾ ਨੂੰ ਖੋਹ ਕੇ ਲੈ ਜਾਣਾ ਕੁਟੀਆ ਦੇ ਵਿੱਚੋਂ। ਹਰਨ ਦਾ ਮਤਲਬ ਹੈ ਖੋਹ ਲੈਣਾ। ਇਹ ਐਸਾ ਗੁਰੂ ਆਇਆ ਦੁਨੀਆ ਵਿੱਚ ਜਿਹੜੇ ਸਾਡੇ ਡਰਾਂ ਨੂੰ ਖੋਹ ਲੈਂਦਾ, ਕਿਉਂਕਿ ਖੁਦ ਨਿਰਭਉ ਹੈ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਹਨੇ ਨਿਰਭਉ ਨੂੰ ਸਿਮਰਿਆ ਉਹ ਵੀ ਨਿਰਭਉ ਹੋ ਗਿਆ।
ਜਿਹਨੇ ਨਿਰਵੈਰ ਨੂੰ ਸਿਮਰਿਆ ਉਹ ਨਿਰਵੈਰ ਹੋ ਗਿਆ। ਇਹ ਸਾਰੇ ਲੱਛਣ ਪਰਮੇਸ਼ਰ ਵਿੱਚ ਹੈ। ਤੇ ਹੁਣ ਪਰਮੇਸ਼ਰ ਦਾ ਸਰੂਪ ਸਾਡੇ ਕੋਲ ਬਾਬਾ ਨਾਨਕ ਆ ਗਿਆ। ਕੋਈ ਸਤਨਾਮ। ਉਹ ਪਰਮੇਸ਼ਰ ਦਿਖਾਈ ਨਹੀਂ ਦਿੰਦਾ, ਉਹ ਨਿਰਗੁਣ ਸਰੂਪ ਹੈ। ਪਰ ਹੁਣ ਉਹੀ ਪਰਮੇਸ਼ਰ ਸਤਗੁਣ ਰੂਪ ਧਾਰ ਕੇ ਇਸ ਬਾਲਕੇ ਦੇ ਰੂਪ ਵਿੱਚ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਆ ਗਿਆ ਹੈ। ਐਸੇ ਪਰਮੇਸ਼ਰ ਰੂਪੀ ਗੁਰੂ ਨਾਨਕ ਦੇ ਚਰਨਾਂ ਦੀ ਸ਼ਰਨ ਲੈਂਦਾ ਹਾਂ, ਜਿਹੜਾ ਸਾਡੇ ਡਰਾਂ ਨੂੰ ਖਤਮ ਕਰਕੇ ਤਾਰਨ ਸਾਨੂੰ ਤਾਰਨ ਵਾਲਾ ਹੈ। ਅਰਨਵ ਭਵ ਨਾਸ਼ ਕੋ ਔਰ ਮਾਤ ਲੋਕ ਦੇ ਸੰਸਾਰ ਸਮੁੰਦਰ ਦੇ ਵਿੱਚੋਂ ਜਿਸ ਦੇ ਚਰਨਾਂ ਦਾ ਅਸੀਂ ਸਹਾਰਾ ਲੈ ਕੇ, ਜਿਵੇਂ ਬਚਨਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਤੇ ਮਾਨੋ ਇਹ ਗੁਰੂ ਨਾਨਕ ਦੇ ਚਰਨ ਜਿਹੜੇ ਹਨ ਇੱਕ ਸਮੁੰਦਰੀ ਬੇੜਾ ਹੈ। ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨਾਂ ਦੀ ਸ਼ਰਨ ਲਈ ਉਹਨਾਂ ਨੂੰ ਸੰਸਾਰ ਸਮੁੰਦਰ ਚੋਂ ਪਾਰ ਲਾ ਦਿੱਤਾ ਹੈ ਜੀ। ਦੋਹਰਾ ਪਲਨਾ ਪਰ ਪੋੜਾ ਬਈ ਕਹਿ ਲਲ ਨਾਲੇ ਅੰਕ। ਹੁਣ ਮਾਤਾ ਤ੍ਰਿਪਤਾ ਜੀ ਆਪਣੇ ਬੱਚੇ ਨੂੰ ਬੜਾ ਪਿਆਰ ਕਰਦੇ ਹੈ ਔਰ ਕਦੇ ਗੋਦ ਵਿੱਚ ਲੈਂਦੇ ਹੈ। ਇੱਕ ਛੋਟਾ ਜਿਹਾ ਪਲਨਾ ਭਾਵ ਪਿੰਗਾ ਬਣਾ ਲਿਆ ਹੈ। ਉਸ ਲਲਨੇ ਨੂੰ ਲਾਲ ਨੂੰ ਪਿੰਗੇ ਵਿੱਚ ਪਾਉਂਦੇ ਹਨ। ਲਾਲਤ ਮਾਤ ਵਿਸਾਲ ਹਿਤ ਸ਼ੂਗਤ ਬਦਨ ਮੇ ਅੰਕ। ਔਰ ਆਪਣੇ ਪੁੱਤਰ ਨੂੰ ਬੜੇ ਪਿਆਰ ਦੇ ਨਾਲ ਲਾੜ ਲੜਾਉਂਦੀ ਹੈ ਔਰ ਬਾਲ ਦੇ ਚੰਦ ਵਰਗੇ ਮੁਖੜੇ ਨੂੰ ਚੁੰਮਦੀ ਹੈ। ਚੌਪਈ ਆਨੰਦ ਆਰਣ ਜਾਤ ਨਿਹਾਰੀ ਲੀਲ ਲਤੰ ਅਰਥ ਹਾਰੀ। ਔਰ ਮੁਖੜਾ ਕਮਲ ਦੇ ਫੁੱਲ ਵਰਗਾ ਕੋਮਲ ਹੈ ਅਤੇ ਉਹਦੀ ਸੁੰਦਰਤਾ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ। ਜਿਵੇਂ 8ਵੇਂ ਪਾਤਸ਼ਾਹ ਦੇ ਪਰਥਾਏ ਅਰਦਾਸ ਵਿੱਚ ਬੇਨਤੀ ਹੈ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਐਸਾ ਸੁੰਦਰ ਸਰੂਪ ਨਾਨਕ ਜੀ ਦਾ ਦੁੱਖ ਹਰਨ ਵਾਲਾ ਜੀ। ਲੋਚਨ ਅਮਲ ਕਮਲ ਤਲ ਜੈਸੇ ਨਾਸਾ ਤਿਲ ਪਰਸ਼ੂਨ ਨ ਵੈਸੇ। ਔਰ ਭਾਈ ਸੰਤੋਖ ਸਿੰਘ ਜੀ ਪਰਮੇਸ਼ਰ ਸਰੂਪ ਗੁਰੂ ਨਾਨਕ ਦੀ ਇਉਂ ਸਿਫਤ ਕਰਦੇ ਹੈ, ਜਿਨ੍ਹਾਂ ਦੇ ਨੇਤਰ ਕਮਲ ਦੀ ਪੱਤੀ ਵਰਗੇ ਮੋਟੇ ਚੌੜੇ, ਸੁੰਦਰ ਨੇਤਰ ਕਮਲ ਦੀ ਪੱਤੀ ਵਰਗੇ, ਔਰ ਨਾਸਿਕਾ ਜਿਹੜੀ ਹੈ ਉੱਚੀ ਜਿਵੇਂ ਤਿਲਾਂ ਦੇ ਫੁੱਲ ਹੋਣ ਔਰ ਫੁੱਲ ਦੇ ਵਿਚਾਲੇ ਪਰਾਗ ਲੱਗਿਆ ਹੁੰਦਾ। ਇਸ ਤਰ੍ਹਾਂ ਦੀ ਸੁੰਦਰ ਨਾਸਿਕਾ ਸਤਿਗੁਰਾਂ ਦਾ ਉੱਚਾ ਨਾਸਿਕਾ ਹੈ। ਭਾਵ ਚਿਹਰੇ ਦੀ ਸੁੰਦਰਤਾ ਦੱਸਦੇ ਹੈ। ਸੁੰਦਰ ਅਲੰਕਾਰ ਕਿਰਵਾਏ ਬਿਨ ਦੂਕਣ ਕੇ ਭੂਖਣ ਪਾਏ। ਹੁਣ ਸਾਹਿਬਜ਼ਾਦੇ ਭਾਵ ਧੰਨ ਗੁਰੂ ਨਾਨਕ ਦੇਵ ਜੀ ਵੱਡੇ ਹੋ ਗਏ ਨੇ ਹੌਲੀ ਹੌਲੀ। ਹੁਣ ਇੰਨੀ ਕੁ ਅਵਸਥਾ ਬਣ ਗਈ ਹੈ ਮਾਨੋ 4-6 ਮਹੀਨਿਆਂ ਦੇ, ਤੇ ਮਾਤਾ ਪਿਤਾ ਨੇ ਉਹਨਾਂ ਦੇ ਲਈ ਕੰਗਣ ਸਗਲੇ ਸੋਨੇ ਚਾਂਦੀ ਦੇ ਗਹਿਣੇ ਕਢਵਾਏ ਹਨ। ਜੋ ਦੁੱਖਾਂ ਤੋਂ ਰਹਿਤ ਹੈ ਬਿਨ ਦੁੱਖਣ, ਜਿਨ੍ਹਾਂ ਕੋਈ ਦੁੱਖ ਨਹੀਂ ਹੈ, ਬਿਨ ਦੁੱਖਣ ਕਹਿ ਭੂਖਣ ਪਾਏ। ਉਹ ਸੁੰਦਰ ਗਹਿਣੇ ਕਢਵਾ ਕਰਕੇ ਕੰਗਣ ਸਗਲੇ ਆਦਿ ਪਹਿਨਾਉਣੇ ਕੀਤੇ ਜੀ। ਬਾਨੀ ਬਾਜਨੀ ਕਿੰਕਰ ਚਾਰੀ ਕਟ ਮੈਂ ਪਾਏ ਅਤ ਛਬ ਵਾਰੀ। ਤੋ ਛੋਟੇ ਬੱਚੇ ਨੂੰ ਗੁਰੂ ਪਿਆਰਿਓ ਪਹਿਲਾਂ ਤੜਾਗੀ ਬੰਨੀ ਜਾਂਦੀ ਹੈ ਔਰ ਤੜਾਗੀ ਬਾਜਨੀ ਕਹਿੰਦੇ ਆ ਤੜਾਗੀ ਨੂੰ। ਇੱਕ ਤੜਾਗੀ ਬਣਾਈ ਆ ਜਿਹਦੇ ਵਿੱਚ ਬੜੇ ਘੁੰਗਰੂ ਪਾਏ ਹਨ। ਜਦੋਂ ਇਹ ਹੱਲਦੇ ਆ, ਪੈਰ ਹਿਲਾਉਂਦੇ ਆ, ਤਾਂ ਕੰਗਣ ਸਗਲੇ ਅਤੇ ਤੜਾਗੀ ਆਦਿ ਦੇ ਘੁੰਗਰੂ ਖੜਕਦੇ ਹਨ। ਕਰ ਮੇ ਕਟ ਪਦ ਨੂੰ ਪਰਸੋ ਹੈ ਜੋ ਦੇਖੇ ਤਿਸ ਕੋ ਮਨ ਮੋਹ ਹੈ। ਔਰ ਇਹਨਾਂ ਦੇ ਕਰ ਹੱਥਾਂ ਦੇ ਵਿੱਚ ਕੜੇ ਕੰਗਣ ਔਰ ਪੈਰਾਂ ਦੇ ਵਿੱਚ ਝਾਂਜਰਾਂ ਲਿਖਿਆ ਹੈ ਸਗਲੇ। ਮਤਲਬ ਬੱਚਾ ਜਿਹੜਾ ਹੈ ਚਾਹੇ ਲੜਕੀ ਹੋਵੇ ਲੜਕਾ ਹੋਵੇ ਦੋਨਾਂ ਦਾ ਇੱਕੋ ਜਿਹਾ ਸਰੂਪ ਹੁੰਦਾ ਛੋਟੇ ਹੁੰਦੇ ਆ। ਤੋ ਬੱਚਿਆਂ ਦੇ ਲੜਕਿਆਂ ਦੇ ਸਗਲੇ ਬਣਾ ਕੇ ਪਾਉਂਦੇ ਆ, ਉਹਦੇ 5-6 ਥਾਵਾਂ ਤੇ 3-3 ਘੁੰਗਰੂ ਲੱਗੇ ਹੁੰਦੇ ਆ। ਲੜਕੀਆਂ ਹੁਣ ਤਾਂ ਝਾਂਜਰਾਂ ਪਾ ਦਿੰਦੇ ਆ। ਕਹਿੰਦੇ ਇਸ ਤਰ੍ਹਾਂ ਹੱਥਾਂ ਦੇ ਵਿੱਚ ਕੰਗਣ ਤੇ ਪੈਰਾਂ ਵਿੱਚ ਸਗਲੇ, ਤੇ ਜਦੋਂ ਇਹ ਪੈਰ ਹਿਲਾਉਂਦੇ ਹਨ ਤੇ ਜਿਹੜਾ ਵੀ ਦੇਖਦਾ ਉਹਦੇ ਮਨ ਨੂੰ ਮੋਹ ਲੈਂਦੇ ਜੀ। ਦੋਏ ਦੋਏ ਦਸਨ ਅਦਰ ਦੁਤ ਹੋਤੇ ਸੋ ਪੁੱਟ ਬਿਦਰਮ ਜੋ ਜੁਗ ਮੋਤੀ। ਸੰਪੁਟ ਬ੍ਰਿੰਦਮ, ਜਿਵੇਂ ਸੰਪਟ ਜੜੇ ਹੋਣ 2 ਮੋਤੀ। ਭਾਵ ਹੁਣ ਕਿੰਨੀ ਉਮਰ ਹੋ ਗਈ ਇਹ ਹਿਸਾਬ ਲਾ ਲਓ। ਗੁਰੂ ਨਾਨਕ ਦੇਵ ਜੀ ਦੇ ਮੂਹਰਲੇ 2 ਦੰਦ ਨਿਕਲੇ ਆਏ ਹਨ। ਕਹੋ ਸਤਿਨਾਮ। ਔਰ 2 ਦੰਦ ਜਦੋਂ ਹੱਸਦੇ ਮੁਸਕਰਾਉਂਦੇ ਐ, ਮੁੱਖ ਵਿੱਚ ਇਉਂ ਚਮਕਦੇ ਐ
ਜਿਵੇਂ ਕਿਸੇ ਸਿੰਗਾਰੇ ਨੇ ਮੋਤੀ ਜੜੇ ਹੋਣ। ਚੌਪਈ ਅੰਗਣ ਮੇ ਰਿੰਗਣ ਗਤਕਾਰੀ ਚਰਨਾ ਬੁੱਝ ਖੇਚਤ ਬਿਲਹਾਰੀ। ਹੁਣ ਰਿੰਗਣ ਦਾ ਮਤਲਬ ਹੈ ਰੁੜਨਾ। ਹੁਣ ਥੋੜਾ ਸਮਾਂ ਪੀਂਘੇ 'ਚ ਪੈਂਦੇ ਆ, ਫਿਰ ਮਾਤਾ ਬਾਹਰ ਛੱਡ ਦਿੰਦੀ ਆ, ਫਿਰ ਵਿਹੜੇ ਵਿੱਚ ਰੁੜਦੇ ਆ। ਜਦੋਂ ਆਂਗਣ ਦੇ ਵਿੱਚ ਰੁੜਦੇ ਹਨ ਔਰ ਰੁੜਦੇ ਹੋਏ ਪੈਰਾਂ ਨੂੰ ਵਾਰ-ਵਾਰ ਅੱਗੇ ਖਿੱਚਦੇ ਆ, ਬੱਚਾ ਗੋਡੇ ਤੇ ਰੁੜਦਾ ਹੈ। ਜਦੋਂ ਰੁੜਦੇ ਹਨ ਤੇ ਗੋਡਿਆਂ ਨੂੰ ਅੱਗੇ ਖਿੱਚਦੇ ਹਨ ਵਾਰੀ-ਵਾਰੀ, ਤੇ ਫਿਰ ਗੁਰੂ ਪਿਆਰਿਓ ਉਹਨਾਂ ਦੇ ਉਹ ਪੈਰਾਂ ਹੱਥਾਂ ਵਾਲੇ ਕੰਗਣ ਸਗਲੇ ਆਵਾਜ਼ ਕਰਦੇ ਹਨ। ਹੀਰਤ ਹਸਤ ਹਸਾਵਤ ਔਰੀ ਕਿਲਕਤ ਮੁਕਤੇ ਮਾਧੁਰ ਠੌਰੀ। ਔਰ ਕਿਲਕਾਰੀਆਂ ਮਾਰਨੀਆਂ ਜਿਵੇਂ ਬੱਚਿਆਂ ਦਾ ਸੁਭਾਅ ਹੈ, ਤਾਂ ਇਹ ਲੱਛਣ ਹੈ ਬੱਚੇ ਦੀ ਖੁਸ਼ੀ ਦੇ। ਧੰਨ ਗੁਰੂ ਨਾਨਕ ਦੇਵ ਜੀ ਤਾਂ ਬਿਨ ਦੋਖਣ ਹਮੇਸ਼ਾ ਖੁਸ਼ ਰਹਿਣ ਵਾਲੇ ਤੇ ਖੁਸ਼ੀਆਂ ਵਰਤਨ ਬਖਸ਼ਣ ਵਾਲੇ। ਹੀਰਤ ਹਸਤ ਜਿੱਧਰ ਵੇਖਦੇ ਆ ਹੱਸ ਕੇ ਵੇਖਦੇ ਆ, ਔਰ ਹੱਸ ਕੇ ਵੇਖਣ ਵਾਲੇ ਨੂੰ ਵੀ ਹਸਾ ਦਿੰਦੇ ਆ। ਕਿਲਕਾਰੀਆਂ ਮਾਰਦੇ ਆ, ਵਿਹੜੇ ਦੇ ਵਿੱਚ ਰੌਣਕ ਲੱਗ ਗਈ ਆ। 100 ਸਿਆਣਾ ਤੇ 1 ਨਿਆਣਾ ਸਾਰੇ ਕੰਮ ਲੱਗ ਜਾਂਦੇ ਆ। ਬੇਦੀ ਕੁਲ ਕੀ ਅਨ ਬਦੁੱਟੀ ਮੂਰਤ ਪਿਕ ਜਨ ਅਨੰਦ ਬੂਟੀ। ਬਦੂਟੀ ਕਹਿੰਦੇ ਆ ਬਹੁਤੀ ਨੂੰ, ਭਾਵ ਸਰੀਕੇ ਕਬੀਲੇ ਦੀਆਂ ਬੀਬੀਆਂ, ਬੇਦੀ ਕੁਲ ਦੀਆਂ ਬਹੁਟੀਆਂ, ਭਾਵ ਮਾਤਾ ਤ੍ਰਿਪਤਾ ਜੀ ਦੀਆਂ ਦਰਾਣੀਆਂ ਜਠਾਣੀਆਂ ਜਾਂ ਹੋਰ ਭਤੀਜ ਨੂੰਹਾਂ ਆਂਢ ਗੁਆਂਢ ਦੀਆਂ ਬੀਬੀਆਂ, ਉਹ ਆਉਂਦੀਆਂ ਮਾਤਾ ਤ੍ਰਿਪਤਾ ਜੀ ਦੇ ਘਰ। ਬੇਦੀ ਕੁਲ ਦੀਆਂ ਗੁਰੂ ਪਿਆਰੋ ਬੀਬੀਆਂ ਔਰ ਬਾਬੇ ਨਾਨਕ ਨੂੰ ਦੇਖ ਕਰਕੇ, ਉਹ ਛੋਟੇ ਬੱਚੇ ਨੂੰ ਦੇਖ ਕਰਕੇ ਬੜੀਆਂ ਖੁਸ਼ ਹੁੰਦੀਆਂ, ਮਾਨੋ ਆਨੰਦ ਲੁੱਟਦੀਆਂ ਹਨ। ਕਹਿ ਕਰ ਪੁੱਜ ਤੇ ਅੰਕ ਬਸਾਵੈ ਪਰਮ ਪ੍ਰੇਮ ਕਰ ਹਰਖ ਲੜਾਵੈ। ਛੋਟਾ ਬੱਚਾ ਸਾਰਿਆਂ ਨੂੰ ਪਿਆਰਾ ਲੱਗਦਾ, ਤੇ ਛੋਟਾ ਬੱਚਾ ਚਾਹੇ ਪੰਛੀ ਦਾ ਹੋਵੇ, ਚਾਹੇ ਪਸ਼ੂ ਦਾ ਹੋਵੇ, ਤੇ ਚਾਹੇ ਮਨੁੱਖ ਦਾ ਹੋਵੇ। ਕੋ ਸਤਨਾਮ। ਇਹ ਤਾਂ ਫਿਰ ਗੁਰੂ ਨਾਨਕ ਦੇਵ ਜੀ ਆਪ ਹੈ, ਇਹ ਤਾਂ ਕਦੇ ਰੋਂਦੇ ਹੀ ਨਹੀਂ ਦੇਖੇ ਕਿਸੇ ਨੇ। ਕਿਲਕਾਰੀਆਂ ਮਾਰਦੇ ਆ, ਹੱਸਦੇ ਆ। ਜਿਹੜੀ ਬੀਬੀ ਘਰੇ ਆਉਂਦੀ ਹੈ ਰੁੜਦੇ ਹੋਏ ਨੂੰ ਚੱਕ ਲੈਂਦੀ ਆ ਗੋਦਾਂ ਤੇ, ਹੱਥ ਵਿੱਚ ਬੁੱਕਲ 'ਚ ਲੈ ਲੈਂਦੀ ਆ। ਬੜੇ ਪ੍ਰੇਮ ਪਿਆਰ ਕਰਦੇ ਹਨ, ਬੱਚੇ ਨੂੰ ਲਾਡ ਲਾਉਂਦੇ ਆ, ਤੇ ਵੇਖ ਕੇ ਹੱਸ ਕੇ ਹਸਾ ਕੇ ਖੁਸ਼ ਹੁੰਦੇ ਨੇ। ਹੁਣ ਬੋਲੇ ਬਚਨ ਤੋਤਰੇ ਮੀਠੇ ਸੁਨੇ ਨਾਰ ਨਰ ਲਾਗੇ ਈਠੇ। ਥੋੜੇ ਹੋਰ ਵੱਡੇ ਹੋਏ, ਹੁਣ ਥੋੜਾ ਥੋੜਾ ਬੋਲਣ ਲੱਗੇ ਐ, ਤੇ ਉਹ ਤੋਤਲੇ ਬਚਨ, ਬੱਚੇ ਦੇ ਤੋਤਲੇ ਬਚਨ ਵੀ ਮਾਂ ਨੂੰ ਬੜੇ ਚੰਗੇ ਲੱਗਦੇ ਆ। ਉਹ ਅਵਸਥਾ ਜੇ ਟੱਪ ਜਾਂਦੀ ਹੈ, ਫਿਰ ਤੋਤਲਾ ਨਹੀਂ ਬੋਲਿਆ ਜਾਂਦਾ ਮੁੜ ਕੇ। ਕਹੋ ਸਤਨਾਮ। ਔਰ ਜਦੋਂ ਤੋਤਲੀ ਆਵਾਜ਼ ਵਿੱਚ ਬੱਚਾ ਬੋਲਦਾ ਹੈ, ਤੇ ਗੁਰੂ ਪਿਆਰਿਓ ਮਾਂ ਪਿਓ ਨੂੰ ਬੜੀ ਖੁਸ਼ੀ ਹੁੰਦੀ ਹੈ, ਮਾਂ ਪਿਓ ਸਮਝ ਜਾਂਦਾ। ਔਰ ਗੁਰੂ ਆਪਣੇ ਸਿੱਖਾਂ ਨੂੰ ਵੀ ਕਹਿੰਦਾ, ਜਿਹੜੇ ਮੇਰੇ ਪਿਆਰ ਵਾਲੇ ਸਿੱਖ ਹੈ ਨਾ, ਜੇ ਭੁੱਲ ਚੁੱਕ ਦੇ ਵਿੱਚ ਜੋ ਵੀ ਬੋਲ ਦੇਣ ਮੈਨੂੰ ਉਹੀ ਚੰਗਾ ਲੱਗਦਾ। ਕਹੋ ਸਤਨਾਮ ਸੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਇੱਕ ਮਾਤਾ ਬੜਾ ਸਤਿਕਾਰ ਦਿੰਦੀ ਹੈ, ਪਰ ਬੜੀ ਭੋਲੀ ਆ, ਔਰ ਕਹਿੰਦੀ ਆ, ਤੂੰ ਪਾਪੀ ਮੈਂ ਬਖਸ਼ਣਹਾਰਾ, ਤੂੰ ਪਾਪੀ ਮੈਂ ਬਖਸ਼ਣਹਾਰਾ। ਹੁਣ ਸ਼ਬਦ ਤਾਂ ਉਲਟਾ ਸੀਗਾ, ਹਾਂ ਪਾਪੀ ਤੂੰ ਬਖਸ਼ਣਹਾਰਾ, ਪਰ ਉਹ ਇੱਦਾਂ ਕਹਿੰਦੀ ਆ। ਜਦੋਂ ਨੇ 5-7 ਵਾਰੀ ਕਿਹਾ, ਤੇ ਕੋਲੇ ਕਦੇ ਸਿੱਖ ਕਹਿੰਦੇ, ਬੇਬੇ ਕੀ ਬੋਲੀ ਜਾਨੀ ਆ? ਹਰਿਰਾਏ ਸਾਹਿਬ ਕਹਿੰਦੇ, ਚੁੱਪ ਕਰ ਜੋ, ਮੈਨੂੰ ਪਤਾ ਜੋ ਬੋਲਦੀ ਆ। ਕਹੋ ਇਹਨੂੰ ਬੋਲਣ ਦਿਓ, ਪ੍ਰੇਮ ਦੇ ਵਿੱਚੋਂ ਨਾ ਕੱਢੋ। ਇਹ ਪਿਆਰ 'ਚ ਡੁੱਬੀ ਹੋਈ ਆ, ਜੋ ਬੋਲ ਰਹੀ ਆ ਮੈਂ ਆਪੇ ਸਿੱਧਾ ਕਰ ਲੂੰਗਾ। ਕਹੋ ਸਤਨਾਮ। ਮੈਂ ਜਾਣਦਾ ਕੀ ਬੋਲਦੀ ਆ। ਤੇ ਇਸੇ ਤਰ੍ਹਾਂ ਹੀ ਬਚਪਨ ਦੇ ਤੋਤਲੇ ਬਚਨ ਵੀ ਥੋੜਾ ਸਮਾਂ ਸੁਣਨ ਨੂੰ ਮਿਲਦੇ ਆ, ਫਿਰ ਬੱਚੇ ਵੱਡੇ ਹੋ ਜਾਂਦੇ ਆ। ਤੋ ਆਂਢ ਗੁਆਂਢ ਦੀਆਂ ਬੀਬੀਆਂ ਆਉਂਦੀਆਂ। ਹੁਣ ਬਾਬਾ ਨਾਨਕ ਜੀ ਥੋੜੇ ਹੋਰ ਵੱਡੇ ਹੋਏ, ਤੇ ਤੋਤਲੀ ਬੋਲੀ ਵਿੱਚ ਬੋਲਦੇ ਆ, ਤੇ ਸੁਣ ਕੇ ਸੁਣੇ ਨਰ ਨਾਰ ਲਾਗਤੇ ਮੀਠੇ, ਸਭ ਨੂੰ ਬੜੇ ਚੰਗੇ ਲੱਗਦੇ ਹਨ। ਕੀਰਤ ਮਾਤ ਤਾਤ ਅਨਰਾਗੇ ਫਿਰਤ ਭੂਮਿਕਾ ਮਿਰਤਕਾ ਲਾਗੈ। ਹਾਂ, ਮਾਤਾ ਵਿਹੜੇ ਵਿੱਚ ਰਸੋਈ ਬਣੀ ਆ, ਉੱਥੇ ਪ੍ਰਸ਼ਾਦਾ ਪਕਾਉਂਦੀ ਆ, ਤੇ ਨਾਨਕ ਜੀ ਵਿਹੜੇ ਵਿੱਚ ਖੇਡਦੇ ਫਿਰਦੇ ਆ, ਖੇਡਦੇ ਫਿਰਦੇ ਆ। ਸਰੀਰ ਤੇ ਮਿੱਟੀ ਲੱਗ ਜਾਂਦੀ ਆ। ਮਿੱਟੀ ਵੀ ਬੱਚੇ ਦਾ ਜੀਵਨ ਹੈ ਗੁਰੂ ਪਿਆਰਿਓ। ਕਹੋ ਸਤਨਾਮ। ਛੋਟੇ ਬੱਚੇ ਨੂੰ ਮਿੱਟੀ ਵਿੱਚ ਖੇਡਣਾ ਚਾਹੀਦਾ। ਬਾਹਰਲੇ ਦੇਸ਼ਾਂ ਵਿੱਚ ਤਾਂ ਸਪੈਸ਼ਲ ਹੀ ਬੱਚਿਆਂ ਵਾਸਤੇ ਪਾਰਕਾਂ ਵਿੱਚ ਮਿੱਟੀ ਸਿੱਟੀਆਂ, ਨਹੀਂ ਤਾਂ ਸਾਰੀ ਧਰਤੀ ਪੱਕੀ ਕਰਤੀ ਫਰਸ਼ ਲਾ ਕੇ ਆਪਾਂ। ਕਹੋ ਸਤਨਾਮ। ਮਿੱਟੀ ਦੇ ਵਿੱਚੋਂ ਵੀ ਜੀਵਨ ਮਿਲਦਾ ਬੱਚੇ ਨੂੰ, ਬਚਪਨ ਦਾ ਅੰਗ ਹੈ ਮਿੱਟੀ। ਕਹਿੰਦੇ ਨਾਨਕ ਜੀ ਵਿਹੜੇ ਵਿੱਚ ਭੱਜੇ ਫਿਰਦੇ ਆ, ਖੇਡਦੇ ਫਿਰਦੇ ਆ, ਲਿਬੜ ਜਾਂਦੇ ਆ, ਮਿੱਟੀ ਲੱਗ ਜਾਂਦੀ ਹੈ।
ਔਰ ਮਾਤਾ ਵੇਖ ਕੇ ਬੜਾ ਖੁਸ਼ ਹੁੰਦੀ ਹੈ। ਲੱਗੀ ਧੂਰ ਤਨ ਧੂਸਰ ਹੋਏ, ਅੰਬਲੇ ਅੰਬਾ ਅੰਗ ਧੋਏ। ਧੂਸਰ ਹੁੰਦਾ ਚੰਗੀ ਤਰ੍ਹਾਂ ਨਿਬੜ ਜਾਣਾ। ਛੋਟੇ ਹੁੰਦਿਆਂ ਦੀਆਂ ਤੁਸੀਂ ਜਿਹੜੇ ਬੱਠੇ ਹੋ, ਵੱਡੀਆਂ ਉਮਰਾਂ ਵਾਲੇ, ਜਦੋਂ ਬਚਪਨ ਆਪਣੇ ਯਾਦ ਕਰੋ, ਜਦੋਂ ਕਿਸੇ ਨੇ ਟਰਾਲੀ ਲਿਆ ਕੇ ਗਲੀ ਸਿੱਟ ਦੇਣੀ, ਗੱਡੇ ਤੇ ਮਿੱਟੀ ਲੈ ਦੇਣੀ, ਤੇ ਬੱਚੇ ਇਕੱਠੇ ਹੋ ਕੇ ਉੱਤੇ ਜਾ ਬਹਿੰਦੇ, ਤੇ ਗੁਰੂ ਪਿਆਰੇ ਫਿਰ ਉਸ ਮਿੱਟੀ ਦੇ ਵਿੱਚ ਪੈਰ ਗੱਡ ਕੇ ਫਿਰ ਪੈਰ ਬਾਹਰ ਕੱਢ ਲੈਣਾ। ਇਹ ਕੋਠਾ ਬਣ ਗਿਆ, ਇਹ ਘਰ ਬਣ ਗਿਆ, ਇਹ ਖੇਤ ਬਣ ਗਏ। ਉਹ ਵੀ ਬਚਪਨ ਬੜਾ ਸੁੰਦਰ ਹੁੰਦਾ। ਤਾਂ ਬਾਬਾ ਨਾਨਕ ਜੀ ਕਹਿੰਦੇ ਵਿਹੜੇ ਵਿੱਚ ਖੇਡਦੇ ਖੇਡਦੇ ਐ ਮਿੱਟੀ ਨਾਲ ਗੱਚ ਹੋ ਜਾਂਦੇ ਆ, ਧੂਸਰ ਚੰਗੀ ਤਰ੍ਹਾਂ ਲਿਬੜ ਜਾਂਦੇ ਆ, ਕੋਈ ਪਰਵਾਹ ਨਹੀਂ। ਤਾਂ ਅੰਬਲੇ ਅੰਬਾ ਅੰਗ ਧੋਏ। ਅੰਬਾ ਬੇਬੇ, ਅੰਬ ਪਾਣੀ। ਅੰਬ ਦੇ ਬਹੁਤ ਅਰਥ ਹੈ। ਅੰਬ ਪਾਣੀ ਫਲ ਖਾਣ ਵਾਲਾ ਵੀ ਹੈ, ਅੰਬ ਪਾਣੀ ਨੂੰ ਵੀ ਕਹਿੰਦੇ ਆ। ਤੋ ਮਾਤਾ ਤ੍ਰਿਪਤਾ ਜੀ ਪਾਣੀ ਲੈ ਕੇ ਫਿਰ ਆਪਣੇ ਨਾਨਕ ਨੂੰ ਰੋਟੀ ਪਕਾ ਕੇ ਵਿਹਲੀ ਹੋ ਕੇ ਚੱਕਦੀ ਆ, ਫਿਰ ਉਸ ਨੂੰ ਨਵਾਉਂਦੇ ਹਨ। ਮਲ ਕਰ ਮੁਖ ਮਜਨ ਕਰਵਾਇਓ, ਪੌਛ ਸਰੀਰ ਅੰਕ ਬੇਸਾਇਓ। ਔਰ ਫਿਰ ਮਲ ਮਲ ਕੇ ਸਾਰੀ ਮਿੱਟੀ ਲਾ ਕੇ ਸਰੀਰ ਨੂੰ ਕੱਪੜੇ ਨਾਲ ਪੂੰਝ ਕੇ ਆਪਣੀ ਗੋਦ ਵਿੱਚ ਲੈਂਦੇ ਹਨ ਦੋਹਰਾ। ਝਗਲੀ ਚੀਨ ਨਵੀਨ ਪੁੰਨਾ, ਪਹਿਰਾਈ ਤਨ ਤਾਤ। ਉਹ ਜਿਹੜਾ ਪਹਿਲਾਂ ਮਿੱਟੀ ਦਾ ਲਿਬੜਿਆ ਕੁੜਤਾ ਕੱਪੜੇ ਉਹ ਲਾ ਦਿੰਦੇ ਆ। ਝਗਲੀ, ਇੱਥੇ ਝਗਲੀ ਤਾਂ ਕਿਹਾ ਕਿ ਛੋਟਾ ਚੋਲਾ ਹੈ। ਚੋਲੇ ਨੂੰ ਵੱਡੇ ਚੋਲਾ ਕਹਿੰਦੇ ਆ। ਬੱਚੇ ਦੇ ਚੋਲੇ ਨੂੰ ਆਪਾਂ ਫਰਾਕ ਵੀ ਕਹਿ ਦਿੰਦੇ ਆ। ਪਿਛਲੇ ਜਮਿਆਂ 'ਚ ਝਗਲੀ ਕਹਿੰਦੇ ਸੀ। ਫਿਰ ਨਵੀਂ ਝਗਲੀ ਭਾਵ ਨਵਾਂ ਝੱਗਾ ਪਾਉਂਦੇ ਆ, ਨਵਾਂ ਕੁੜਤਾ ਪਾਉਂਦੇ ਹਨ ਨਵਾ ਧਵਾ ਕੇ। ਪੈਕੋ ਪਾਨ ਕਰਾਈ ਕੈ, ਪੋਡਾਈ ਕਰ ਮਾਤ। ਤਾਂ ਹੁਣ ਮਾਤਾ ਨੂੰ ਪਤਾ ਹੈ ਕਿ ਹੁਣ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ। ਗੂੰਗੇ ਦੀਆਂ ਰਮਜਾਂ ਗੂੰਗੇ ਦੀ ਮਾਂ ਹੀ ਜਾਣੇ। ਕਹੋ ਸਤਨਾਮ। ਵਾਹਿਗੁਰੂ। ਬਚਪਨ ਵਿੱਚ ਬੱਚਾ ਬੋਲਦਾ ਨਹੀਂ, ਪਰ ਮਾਂ ਨੂੰ ਸਭ ਸਮਝ ਆਉਂਦੀ ਹੈ ਕਿ ਬੱਚੇ ਨੂੰ ਕੀ ਚਾਹੀਦਾ। ਹੁਣ ਬੱਚੇ ਨੂੰ ਭੁੱਖ ਲੱਗਦੀ ਹੈ, ਨਵਾ ਧਵਾ ਕੇ ਨਵੇਂ ਵਸਤਰ ਪਹਿਨਾ ਕੇ ਮਾਤਾ ਜੀ ਫਿਰ ਗੋਦ ਵਿੱਚ ਲੈ ਕੇ ਉਹਨੂੰ ਦੁੱਧ ਪਿਆਉਂਦੀ ਹੈ। ਚੌਪਈ ਜੁਗਲ ਕਟੀ ਪਲਨਾ ਪਰਸੋਏ, ਜਾਗੇ ਬੌਰ ਸੋ ਚੇਤਨ ਹੋਏ। ਔਰ ਬੱਚਾ ਜਿਹੜਾ ਬਹੁਤ ਥੋੜਾ ਸੌਂਦਾ, ਦੁੱਧ ਪੀਂਦਾ, ਉਹਦੀ ਆਲਸ ਨੇਸਤੀ ਚੜ ਜਾਂਦੀ ਹੈ। ਜਾਂ ਨੇਸਤੀ ਚੜ ਜਾਂਦੀ ਹੈ, ਉਹ ਸੌਂ ਜਾਂਦਾ ਬੱਚਾ, ਉਹਨੂੰ ਪੀਂਘੇ ਵਿੱਚ ਮਾਤਾ ਪਾ ਦਿੰਦੀ ਆ। ਫਿਰ ਘਰ ਦੇ ਹੋਰ ਕੰਮ ਕਰਦੀ ਆ। ਪਰ ਬਾਬਾ ਨਾਨਕ ਤਾਂ 2 ਘੜੀਆਂ ਸੌਂਦਾ, ਫਿਰ ਉੱਠ ਖੜਦਾ ਹੈ। ਲਗੇ ਬਾਲ ਲੀਲਾ ਪੁਨ ਕਰਨੇ, ਪਕਰੇ ਪਰਨਾ ਹੋਏ ਪਗ ਪਰਨੇ। ਹੁਣ ਥੋੜੇ ਜਿਹੇ ਹੋਰ ਵੱਡੇ ਹੋ ਗਏ ਤਾਂ ਹੁਣ ਕੀ ਕਰਦੇ ਆ? ਗੁਰੂ ਪਿਆਰਿਓ ਮੰਜੇ ਦੀ ਵਾਹੀ ਫੜ ਕੇ ਖੜਾ ਹੋਣਾ ਚਾਹੁੰਦੇ ਆ। ਕਹੋ ਸਤਨਾਮ। ਲਗੇ ਬਾਲ ਲੀਲਾ ਪੁਨ ਕਰਨੇ। ਬਚਪਨ ਦੇ ਬੇਅੰਤ ਕੌਤਕ ਸ਼ੁਰੂ ਹੋ ਗਏ ਹੁਣ। ਪਕਰੇ ਪਰਨਾ ਹੋਏ ਪਗ ਪਰਨੇ। 2 ਘੜੀਆਂ ਭੰਗੂੜੇ ਵਿੱਚ ਸੌਂਦੇ ਆ, ਫਿਰ ਜਾਗ ਪੈਂਦੇ ਆ। ਫਿਰ ਗੁਰੂ ਪਿਆਰਿਓ ਉਸ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਆ। ਮਾਤਾ ਨੂੰ ਪਤਾ ਡਿੱਗ ਜਾਵੇਗਾ, ਚੱਕ ਕੇ ਬਾਹਰ ਕੱਢ ਦਿੰਦੀ ਆ। ਹੁਣ ਖੜੇ ਹੁੰਦੇ ਆ, ਪੈਰਾਂ ਤੇ ਜ਼ੋਰ ਪਾ ਕੇ, ਕਦੇ ਪੀਂਘੇ ਨੂੰ ਫੜ ਕੇ ਖੜੇ ਹੋ ਜਾਂਦੇ ਆ, ਕਦੇ ਮੰਜੀ ਦੀ ਬਾਹੀ ਫੜ ਕੇ ਖੜੇ ਹੋਣਾ ਚਾਹੁੰਦੇ ਹਨ। ਭਇਓ ਚਰਨ ਬਲ ਹੋਵੇ ਠਾਂਡੇ, ਖੇਲੇ ਬਾਲਣ ਮਹਿਤ ਬਾਡੇ। ਹੁਣ ਗੁਰੂ ਪਿਆਰੋ ਸਾਲਕ ਭਰਦੇ ਹੋ ਗਏ ਹਨ, ਔਰ ਇਹਨਾਂ ਦੇ ਬਚਪਨ ਦੇ ਸਾਥੀ ਵੀ ਆ ਜਾਂਦੇ। ਆਂਢ ਗੁਆਂਢ ਦੇ ਵਿੱਚ ਵੀ ਉਸ ਸਮੇਂ ਜੋ ਬੱਚੇ ਪੈਦਾ ਹੋਏ ਆ, ਤਾਂ ਉਹ ਆਂਢ ਗੁਆਂਢ ਦੇ ਬੱਚੇ ਜਿਹੜੇ ਹਨ ਉਹ ਵੀ ਆ ਜਾਂਦੇ ਆ। ਤੇ ਇਹਨਾਂ ਦੇ ਹੁਣ ਪੈਰਾਂ ਲੱਤਾਂ ਦੇ ਵਿੱਚ ਜ਼ੋਰ ਭਰ ਗਿਆ, ਤਾਕਤ ਭਰ ਗਈ ਆ। ਹੁਣ ਇਹ ਖੜੇ ਹੋਣ ਲੱਗੇ, ਤੁਰਨ ਫਿਰਨ ਲੱਗੇ, ਔਰ ਵਿਹੜੇ ਵਿੱਚ ਗਵਾਂਢੀ ਬੱਚੇ ਛੋਟੇ ਆ ਜਾਂਦੇ ਹਨ। ਭੂਖਨ ਸ਼ਬਦ ਪਲਾਵਤ ਹੋਵਤਾ, ਨੈਣ ਛਬੀਲੇ ਛਬ ਸੋ ਜੋਵਤਾ। ਛਬੀਲੇ ਭਾਵ ਸੁੰਦਰ ਨੇਤਰ, ਜਿੱਧਰ ਦੇਖਦੇ ਆ ਉਧਰ ਹੀ ਖੁਸ਼ੀਆਂ ਵਰਤਾਉਂਦੇ ਆ। ਔਰ ਕੰਗਣੇ ਸਗਲੇ, ਹੱਥਾਂ ਪੈਰਾਂ ਦੇ ਗਹਿਣੇ, ਲੱਕ ਤੇ ਬੰਨੀ ਤੜਾਗੀ। ਹੁਣ ਜਦੋਂ ਭੱਜਦੇ ਆ ਤੇ ਬੜੇ ਛਲਕਦੇ ਹੋਏ ਸੋਹਣੇ ਲੱਗਦੇ ਹਨ। ਨਹਿ ਬੋਲੇ ਨਹਿ ਆਲੇ ਆਵੈ, ਸ਼ਿਸ਼ੂ ਪਛਾਂਤ ਪਰਪ ਮੈਂ ਧਾਵੈ। ਹੁਣ ਬੱਚਾ ਬੱਚਿਆਂ ਵਿੱਚ ਪਰਚ ਜਾਂਦਾ, ਫਿਰ ਮਾਂ ਨੂੰ ਘੱਟ ਹੀ ਯਾਦ ਕਰਦਾ, ਗਲੀ 'ਚ ਭੱਜ ਜਾਂਦਾ। ਬਾਬਾ ਨਾਨਕ ਜੀ ਆਪਣੇ ਸਾਥੀ ਬੱਚਿਆਂ ਨਾਲ, ਹਮ ਉਮਰ ਬੱਚਿਆਂ ਨਾਲ ਗਲੀ ਵਿੱਚ ਚਲੇ ਜਾਂਦੇ ਆ। ਗਲੀ ਵਿੱਚ ਭੱਜੇ ਫਿਰਦੇ ਆ, ਖੇਡਦੇ ਫਿਰਦੇ ਆ। ਜਿੰਨਾ ਚਿਰ ਬੇਬੇ ਆਵਾਜ਼ਾਂ ਮਾਰ ਕੇ ਨਹੀਂ ਸਾਦੀ, ਵੇ ਨਾਨਕ ਘਰੇ ਆ ਜਾ, ਵੇ ਨਾਨਕ ਘਰੇ ਆ ਜਾ। ਘਰੇ ਕਿੱਥੇ ਆਉਂਦੇ ਆ?
ਬੱਚਿਆਂ ਨਾਲ ਖੇਡਣ ਲੱਗੇ ਹਨ ਬਾਹਰ ਗਲੀ ਵਿੱਚ। ਜਨਨੀ ਅਸਨ ਹਕਾਰ ਖੁਆਵੈ ਨੈ ਆਕਾਤ ਦੇਖਤ ਬਲ ਜਾਵੈ। ਔਰ ਮਾਤਾ ਦੇਖ ਦੇਖ ਕੇ ਸਰੂਪ ਨੂੰ ਰੱਜਦੀ ਨਹੀਂ, ਆਪਣੇ ਪੁੱਤਰ ਨੂੰ ਸਾਹਮਣੇ ਬਿਠਾ ਕੇ ਫਿਰ ਪ੍ਰਸ਼ਾਦਾ ਛਕਾਉਂਦੀ ਹੈ। ਪਹਿਲਾਂ ਤਾਂ ਗਲੀ 'ਚੋਂ ਫੜ ਕੇ ਲਿਆਉਂਦੀ ਹੈ, ਚੱਲ ਨਾਨਕ ਰੋਟੀ ਬਣ ਗਈ, ਪ੍ਰਸ਼ਾਦਾ ਛਕ ਲਾ। ਫਿਰ ਅੰਦਰ ਲਿਆਉਂਦੀ ਹੈ, ਫਿਰ ਉਸ ਨੂੰ ਆਪਣੇ ਕੋਲ ਰਸੋਈ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਉਂਦੀ ਆ। ਔਰ ਨਾਲੇ ਵੇਖ ਵੇਖ ਕੇ ਆਪਣੇ ਪੁੱਤਰ ਨਾਨਕ ਤੋਂ ਮਾਤਾ ਤ੍ਰਿਪਤਾ ਜੀ ਬਲਿਹਾਰੇ ਜਾਂਦੇ ਹਨ। ਦੋਹਰਾ ਦਾਦਿਆਰ ਉਦਨ ਮਾਤ ਤੇ ਅਰਤਿਕ ਖਾਏ ਪਿਲਾਏ। ਔਰ ਬੱਚਿਆਂ ਦਾ ਸੁਭਾਅ ਬੱਚਿਆਂ ਵਾਲਾ ਤੇ ਦੋਸਤੀ ਬੱਚਿਆਂ ਨਾਲ। ਤੇ ਹੁਣ ਮਾਂ ਧੱਕੇ ਨਾਲ ਬਿਠਾ ਕੇ ਪ੍ਰਸ਼ਾਦਾ ਛਕਾਉਂਦੀ ਆ, ਕਦੇ ਦਹੀਂ ਚੌਲ ਬਣਾ ਲਏ, ਕਦੇ ਦਹੀਂ ਨਾਲ ਪ੍ਰਸ਼ਾਦਾ ਛਕਾ ਦਿੱਤਾ। ਇਸ ਤਰ੍ਹਾਂ ਮਾਤਾ ਹੱਥ ਨਾਲ ਪ੍ਰਸ਼ਾਦਾ ਛਕਾਉਂਦੀ ਆ, ਪਰ ਉਧਰ ਬਾਹਰ 'ਚ ਬੱਚੇ ਬਾਜਾਂ ਮਾਰੀ ਜਾਂਦੇ, ਆ ਜਾ ਨਾਨਕ, ਆ ਜਾ ਨਾਨਕ ਕਹਿ ਕੇ ਕਹੋ ਸਤਨਾਮ ਜੀ ਵਾਹਿਗੁਰੂ। ਔਰ ਪਲਾਏ ਭਾ ਭੱਜ ਜਾਂਦੇ ਆ, ਖਾਂਦੇ ਖਾਂਦੇ ਅੱਧੀ ਕੁ ਰੋਟੀ ਖਾਧੀ, ਅੱਧੀ ਕੁ ਛੱਡ ਕੇ ਗਲੀ 'ਚ ਭੱਜ ਜਾਂਦੇ। ਬਾਲਕ ਲੀਲਾ ਕਰਤ ਸਭ ਅਲਖ ਜੋ ਲਖਿਆ ਨਾ ਜਾਏ। ਅਲਖ ਪਰਮੇਸ਼ਰ ਉਸ ਵੇਲੇ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਜਿਹੜਾ ਸਾਡੇ ਨਾਲ ਖੇਡਦਾ ਫਿਰਦਾ ਇਹ ਕੌਣ ਹੈ। ਕਹੋ ਸਤਨਾਮ। ਇਹ ਤਾਂ ਮਗਰੋਂ ਪਤਾ ਲੱਗਦਾ ਵੀ ਇਹ ਤਾਂ ਉਹ ਸੀ ਜਦੋਂ ਟੱਪ ਜਾਂਦਾ, ਕਈਆਂ ਨੂੰ ਤਾਂ ਉਦੋਂ ਬਾਅਦ ਪਤਾ ਲੱਗਦਾ। ਰਾਏ ਬਲਾਰ ਵਰਗੇ, ਬੇਬੇ ਨਾਨਕੀ ਵਰਗੇ ਸਿੱਖਾਂ ਨੂੰ ਪਹਿਲਾਂ ਸਮੇਂ ਨਾਲ ਹੀ ਪਤਾ ਲੱਗਿਆ ਕਿ ਸਾਡਾ ਜਿਹੜਾ ਇਹ ਨਾਨਕ ਹੈ ਨਾ, ਇਹ ਕੋਈ ਮਨੁੱਖ ਨਹੀਂ ਹੈ, ਇਹ ਪਰਮੇਸ਼ਰ ਦਾ ਹੀ ਸਰੂਪ ਹੈ। ਇਸ ਕਰਕੇ ਗੁਰੂ ਪਿਆਰਿਓ ਬਚਪਨ ਦੀਆਂ ਲੀਲਾ ਕਰਦੇ ਹਨ ਬੱਚਿਆਂ ਦੇ ਨਾਲ, ਪਰ ਅਲੱਖ ਪਰਮੇਸ਼ਰ ਜੋ ਲਖਿਆ ਨਹੀਂ ਜਾਂਦਾ। ਕਿਸੇ ਨੂੰ ਕੀ ਪਤਾ ਕਿ ਪਰਮੇਸ਼ਰ ਤੁਰਿਆ ਫਿਰਦਾ ਸਾਡੇ ਵਿੱਚ। ਚੌਪਈ ਲੇਕਰ ਕਾਲੂ ਅੰਕ ਦੁਲਾਰ ਹੈ ਪਾਵਤ ਸੁਖ ਕੋ ਬਦਨ ਨਿਹਾਰ ਹੈ। ਔਰ ਹੁਣ ਪਿਤਾ ਜੀ ਪਟਵਾਰ ਖਾਨੇ ਤੋਂ ਵਿਹਲੇ ਹੋ ਕੇ ਸਮਾਂ ਕੱਢਦੇ ਆ ਪੁੱਤਰ ਨਾਲ ਖੇਡਣ ਦਾ। ਸਵੇਰੇ ਜਾਣ ਤੋਂ ਪਹਿਲਾਂ ਬੱਚੇ ਨੂੰ ਪਿਆਰ ਕਰਦੇ ਆ, ਗੋਦ ਵਿੱਚ ਲੈਂਦੇ ਆ, ਬੜੇ ਖੁਸ਼ ਹੁੰਦੇ ਆ, ਮੇਰਾ ਪੁੱਤਰ ਹੈ। ਜਿਸ ਤਰ੍ਹਾਂ ਇੱਕ ਸ਼ਬਦ ਲਿਖਿਆ ਬਾਣੀ ਦੇ ਵਿੱਚ, ਵਾਹਿਗੁਰੂ 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 ਵਾਹਿ ਜੀਓ ਪੀਤ ਬਸਨ ਕੁੰਦ ਦਸਨ। ਇਸ ਤਰ੍ਹਾਂ ਉੱਥੇ ਸ਼ਬਦ ਦੇ ਵਿੱਚ ਪਰਮੇਸ਼ਰ ਦੀ ਸਿਫਤ ਕੀਤੀ ਹੈ ਕ੍ਰਿਸ਼ਨ ਜੀ ਦੇ ਰੂਪ ਵਿੱਚ। ਕਹੋ ਸਤਨਾਮ ਜੀ। ਪੀਤ ਬਸਨ ਕੁੰਦ ਦਸਨ ਸਹਿਜ ਗਲ ਕੰਠ ਹਾਰ, ਕੰਠ ਗਲੇ ਵਿੱਚ ਹਾਰ, ਪੀਤ ਦਸਨ ਪੀਲੇ ਸੁਨਹਿਰੀ ਕੱਪੜੇ ਪਾਏ ਆ, ਸੀਸ ਮੋਰ ਪੰਖ ਚਾਹੇ ਜੀ, ਉਹ ਸਿਰ ਤੇ ਮੋਰ ਦਾ ਖੰਭ ਲਾਉਂਦੇ ਸੀ ਕ੍ਰਿਸ਼ਨ ਜੀ। ਭਾਵ ਇੱਥੇ ਉਹ ਭੱਟ ਜਿਹੜੇ ਹਨ ਪਰਮੇਸ਼ਰ ਦੀ ਸਿਫਤ ਹੀ ਕਰਦੇ ਆ, ਪਰ ਪਿਛਲੇ ਅਵਤਾਰਾਂ ਨੂੰ ਵੀ ਨਾਲ ਯਾਦ ਕਰਦੇ ਆ। ਸਰਜੁਗ ਤੈ ਮਾਣਿਓ ਛਲਿਓ ਬਲਵਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕਲਯੁਗ ਆਪ ਨਾਨਕ ਅੰਗਦ ਅਮਰ ਕਹਾਇਓ। ਉਹੀ ਪਰਮੇਸ਼ਰ ਬਾਰ-ਬਾਰ ਸਮੇਂ-ਸਮੇਂ ਤੇ ਦੁਨੀਆ ਵਿੱਚ ਆਉਂਦਾ ਹੈ। ਖੈਰ ਇਉਂ ਮਹਿਤਾ ਕਾਲੂ ਜੀ ਆਪਣੇ ਪੁੱਤਰ ਤੋਂ ਬਲਿਹਾਰੇ ਜਾਂਦੇ ਆ। ਬਚਪਨ ਦੇ ਵਿੱਚ ਬੜਾ ਉਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਹੈ ਜੀ। ਤਜ ਕਰ ਜਨਕ ਅੰਕ ਕੋ ਜਾਵੈ ਰਲ ਬਾਲਣ ਸੋ ਖੇਲ ਮਚਾਵੈ। ਔਰ ਪਿਤਾ ਦੀ ਗੋਦ ਵੀ ਛੱਡ ਕੇ ਭੱਜ ਜਾਂਦੇ ਹੈ। ਹਾਣ ਨੂੰ ਹਾਣ ਪਿਆਰਾ, ਬੱਚਿਆਂ ਨੂੰ ਬੱਚੇ ਪਿਆਰੇ। ਤਾਂ ਬੱਚੇ ਨਾਨਕ ਜੀ ਪਿਤਾ ਦੀ ਗੋਦ ਵਿੱਚੋਂ ਵੀ ਨਿਕਲ ਕੇ ਭੱਜ ਜਾਂਦੇ ਆ, ਬਾਹਰ ਬੱਚਿਆਂ ਨਾਲ ਖੇਡਣ ਲੱਗ ਜਾਂਦੇ ਹਨ। ਸੁੰਦਰਤਾ ਮੰਦਰ ਮੁਖ ਹੀਰੈ ਨਰ ਨਾਰੀ ਜਾਵਤ ਮਗ ਘੇਰੈ। ਹੁਣ ਗਲੀ ਵਿੱਚ ਵੀ ਭੱਜੇ ਫਿਰਦੇ ਆ ਬੱਚਿਆਂ ਦੇ ਨਾਲ। ਔਰ ਇੰਨੇ ਬਚਪਨ ਦੇ ਵਿੱਚ ਸੁੰਦਰ ਹੈ, ਬਾਬਾ ਨਾਨਕ ਜੀ ਕਹਿੰਦੇ ਗਲੀ ਚੋਂ ਲੰਘਦੇ ਹੋਏ ਮਨੁੱਖ ਇਸਤਰੀਆਂ ਇਹਨਾਂ ਨੂੰ ਘੇਰ ਕੇ ਫੜ ਲੈਂਦੇ ਆ। ਕਹੋ ਸਤਨਾਮ। ਭਾਵ ਉਹਨਾਂ ਨੂੰ ਪਿਆਰ ਪੈਦਾ ਹੁੰਦਾ ਇਹਨਾਂ ਦੇ ਨਾਲ, ਔਰ ਇਹ ਭੱਜਣਾ ਚਾਹੁੰਦੇ ਆ ਬਾਂਹ ਛਡਾ ਕੇ, ਪਰ ਕੋਈ ਨਾ ਕੋਈ ਮਨੁੱਖ ਇਸਤਰੀ ਗਲੀ ਚੋਂ ਲੰਘਦੇ ਆਣ ਗੁਆਂਢ ਦੇ ਸ਼ਰੀਕੇ ਕਬੀਲੇ ਵਾਲੇ ਨਗਰ ਨਿਵਾਸੀ ਸਾਰਿਆਂ ਨੂੰ ਬੜੇ ਮਨਮੋਹਕ ਲੱਗਦੇ ਆ, ਚੰਗੇ ਲੱਗਦੇ ਆ, ਚੱਕ ਕੇ ਗੋਦ ਵਿੱਚ ਲੈ ਜਾਂਦੇ ਆ। ਬੋਲੇ ਬੋਲ ਬੁਲਾਵੇ ਬਚਨਾ ਗਿਰਾ ਮਾਤੋਰੇ ਕੀ ਜਨ ਰਚਨਾ। ਫਿਰ ਉਹਨਾਂ ਨੂੰ ਨਾਨਕ ਦੀ ਆਵਾਜ਼ ਸੁਣਨ ਨੂੰ ਜੀ ਕਰਦਾ, ਫਿਰ ਬੁਲਾਉਂਦੇ ਆ। ਫਿਰ ਨਾਨਕ ਜੀ ਮਿੱਠੇ ਤੇ ਤੋਤਲੇ ਬਚਨਾਂ ਵਿੱਚ ਉਹਨਾਂ ਨਾਲ ਗੱਲ ਕਰਦੇ ਆ, ਬੋਲਦੇ ਆ। ਕਹੇ ਪਰਸ ਪਰ ਲੋਕ ਲੁਗਾਏ ਕਾਲੂ ਭਾਗ ਅਹੇ ਅਧਕਾਏ। ਔਰ ਨਗਰ ਨਿਵਾਸੀ ਲੋਕ ਬੀਬੀਆਂ ਮਨੋਂ ਗੱਲਾਂ ਕਰਦੇ ਆਪਸ ਵਿੱਚ ਵੀ ਯਾਰ ਮਹਿਤਾ ਕਾਲੂ ਵੱਡੇ ਭਾਗਾਂ ਵਾਲਾ ਹੈ,
ਕਿੰਨਾ ਸੁੰਦਰ ਸੁਸ਼ੀਲ ਸਿਆਣਾ ਸਪੁੱਤਰ ਇਹਨਾਂ ਦੇ ਘਰ ਪੈਦਾ ਹੋਇਆ ਹੈ। ਨਗਰ ਦੇ ਲੋਕ ਗੱਲਾਂ ਕਰਦੇ ਹਨ, ਜਿਸ ਆਵਾਸ ਸੁਤ ਆਸ ਉਪਜਿਓ ਸਭ ਵਿਦ ਸੋ ਨਿਹਾਲ ਪਵ ਪਿਓ। ਜਿਸ ਦੇ ਘਰ ਵਿੱਚ ਐਸਾ ਸੁੰਦਰ ਪੁੱਤਰ ਪੈਦਾ ਹੋਇਆ ਹੈ, ਔਰ ਜਿਸ ਪੁੱਤਰ ਨੇ ਮਹਿਤਾ ਕਾਲੂ ਨੂੰ ਹੀ ਨਹੀਂ ਸਾਰੇ ਨਨਕਾਣਾ ਸਾਹਿਬ ਨੂੰ ਨਿਹਾਲ ਕਰ ਦਿੱਤਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰੀ ਤਲਵੰਡੀ ਨੂੰ ਹੀ ਨਿਹਾਲ ਨਹੀਂ ਕੀਤਾ, ਆਲ ਵਰਲਡ ਨੂੰ ਵੱਡੇ ਹੋ ਕੇ ਨਿਹਾਲ ਕਰ ਦਿੱਤਾ ਹੈ। ਔਰ ਵਰਲਡ ਦੇ ਵਿੱਚ ਨਨਕਾਣਾ ਸਾਹਿਬ ਰਾਏ ਭੋਇਕੀ ਤਲਵੰਡੀ ਦਾ ਨਾਮ ਚਮਕਾ ਦਿੱਤਾ ਹੈ। ਐਸਾ ਪੁੱਤਰ ਮਹਿਤਾ ਜੀ ਦੇ ਘਰ ਪੈਦਾ ਹੋਇਆ। ਬਈ ਕਿੱਡੇ ਭਾਗਾਂ ਵਾਲਾ ਹੈ ਮਹਿਤਾ ਕਾਲੂ। ਦੋਹਰਾ ਸਭੇ ਸੁਭਾਵਕ ਪ੍ਰੇਮ ਮਨ ਕਹੈ ਬਦਨ ਨਿਹਾਰ। ਤੋ ਸਾਰੇ ਲੋਕ ਹੀ ਨਗਰ ਦੇ ਜਿੱਥੇ ਨਾਨਕ ਜੀ ਟੱਕਰ ਜਾਂਦੇ ਆ ਗਲੀ ਵਿੱਚ ਖੇਡਦੇ ਖੜਕੇ ਵੇਖਣ ਲੱਗ ਜਾਂਦੇ ਹਨ। ਜੈਸੇ ਜਾਤ ਸਮੁੰਦਰ ਮੈਂ ਸਭ ਸਿਰ ਤਾਕੋ ਬਾਰ। ਉਹ ਜਿਵੇਂ ਨਦੀਆਂ ਸਹਿਜ ਸੁਭਾਅ ਸਮੁੰਦਰ ਵੱਲ ਜਾ ਰਹੀਆਂ, ਇਸ ਤਰ੍ਹਾਂ ਲੋਕ ਖਿੱਚੇ ਹੋਏ ਨਾਨਕ ਜੀ ਵੱਲ ਤੁਰੇ ਆਉਂਦੇ ਆ। ਬਚਪਨ ਦੀ ਖੇਡ ਉਹਨਾਂ ਦੀ। ਕਹਿਣ ਲੱਗੇ ਨਗਰ ਨਿਵਾਸੀ ਖਿੱਚੇ ਜਾਂਦੇ ਆ ਉਹਨਾਂ ਦੇ ਵੱਲ, ਜਿੱਥੇ ਟੱਕਰਦੇ ਆ ਉੱਥੇ ਫੜ ਲੈਂਦੇ ਆ, ਚੱਕ ਕੇ ਗੋਦ ਚੱਕ ਲੈਂਦੇ ਆ, ਪਿਆਰ ਕਰਦੇ ਆ। ਚੌਪਈ ਚੱਕ ਚਕੋਰ ਲੋਕਨ ਕੇ ਬ੍ਰਿੰਦਾ ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ। ਔਰ ਭਾਈ ਸੰਤੋਖ ਸਿੰਘ ਜੀ ਇਹ ਸਿਫਤਾਂ ਕਰ ਰਹੇ ਆ ਬਾਬੇ ਨਾਨਕ ਜੀ ਦੇ ਸੁੰਦਰ ਸਰੂਪ ਦੀਆਂ। ਕਹਿੰਦੇ ਨਗਰ ਨਿਵਾਸੀਆਂ ਦੇ ਜਿਹੜੇ ਨੇਤਰ ਹਨ ਮਾਨੋ ਉਹ ਚਕੋਰਾਂ ਹਨ, ਤੇ ਬਾਬੇ ਨਾਨਕ ਦਾ ਚਿਹਰਾ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਹੈ। ਕਹੋ ਸਤਿਨਾਮ ਵਾਹਿਗੁਰੂ। ਜਿਵੇਂ ਚਕੋਰ ਚੰਦਰਮਾ ਨੂੰ ਹਮੇਸ਼ਾ ਦੇਖਣਾ ਚਾਹੁੰਦੀ ਹੈ, ਇਸੇ ਤਰ੍ਹਾਂ ਨਗਰ ਨਿਵਾਸੀ ਮੇਰੇ ਪ੍ਰੀਤਮ ਬਚਪਨ ਦੇ ਵਿੱਚ ਬਾਲਕ ਨਾਨਕ ਨੂੰ ਇੰਨਾ ਪਿਆਰ ਕਰਦੇ ਐ। ਸੁੰਦਰ ਰੂਪ ਹੀਰ ਰਬ ਨਿਆਈ ਜਨ ਅਰਬਿੰਦ ਬਦਨ ਬਿਗਸਾਈ। ਔਰ ਜਿਵੇਂ ਸੂਰਜ ਵਰਗੇ ਤੇਜ ਵਾਲਾ ਸੁੰਦਰ ਰੂਪ ਦੇਖ ਕੇ ਲੋਕਾਂ ਦੇ ਕਮਲ ਰੂਪੀ ਹਿਰਦੇ ਖੜ ਜਾਂਦੇ ਆ। ਇਹ ਬਚਪਨ ਦਾ ਪ੍ਰਤਾਪ ਹੈ, ਕਿਉਂਕਿ ਹਜੇ ਪਤਾ ਭਾਵੇਂ ਨਹੀਂ ਲੱਗ ਰਿਹਾ। ਜਿਵੇਂ ਅੱਗ ਹੈ ਨਾ, ਅੱਗ ਦੇ ਵਿੱਚ ਕੋਈ ਜਾਣ ਕੇ ਹੱਥ ਪਾਵੇ ਜਾਂ ਕੁਦਰਤੀ ਪੈ ਜੇ, ਅੱਗ ਨੇ ਆਪਣਾ ਪ੍ਰਤਾਪ ਸੇਕ ਦੇ ਹੀ ਦੇਣਾ। ਕੋਈ ਸਤਿਨਾਮ ਵਾਹਿਗੁਰੂ। ਇਸੇ ਤਰ੍ਹਾਂ ਨਾਨਕ ਜੀ ਦਾ ਭਾਵੇਂ ਨਹੀਂ ਪਤਾ ਲੱਗ ਰਿਹਾ, ਪਰ ਇਹ ਖੁਦ ਪਰਮੇਸ਼ਰ ਹੈ, ਔਰ ਇਹਨਾਂ ਦਾ ਪ੍ਰਤਾਪ, ਇਹਨਾਂ ਦੀਆਂ ਕਿਰਨਾਂ ਲੋਕਾਂ ਦੇ ਪ੍ਰਭਾਵ ਪਾਉਂਦੀਆਂ। ਕੋਈ ਸਤਿਨਾਮ ਵਾਹਿਗੁਰੂ। ਨਗਰ ਨਿਵਾਸੀਆਂ ਦੇ ਪ੍ਰਭਾਵ ਪੈਂਦਾ ਸਹਿਜ ਸੁਭਾਅ ਬਾਬੇ ਨਾਨਕ ਜੀ ਦੇ ਅੰਦਰਲੇ ਪ੍ਰਤਾਪ ਦਾ। ਜ਼ਾਹਰ ਤਾਂ ਹਜੇ ਅੱਗੇ ਜਾ ਕੇ ਹੋਣਾ ਵੀ ਇਹ ਕੌਣ ਹੈ, ਪਰ ਬਚਪਨ ਦੇ ਵਿੱਚੋਂ ਹੀ ਸੰਗਤਾਂ ਵਿੱਚ ਨਗਰ ਨਿਵਾਸੀਆਂ ਦੇ ਬੜਾ ਪ੍ਰਭਾਵ ਪੈਂਦਾ ਹੈ। ਜਿਹੜਾ ਵੇਖਦਾ ਹੈ ਵੇਖਦਾ ਹੀ ਰਹਿ ਜਾਂਦਾ ਹੈ। ਕੰਟਕ ਜੋ ਸੁਣ ਕੇ ਬਰਬਾਨੀ ਰਹੇ ਠੰਡ ਡਿਗ ਮ੍ਰਿਗੇ ਸਮਾਨੀ। ਹਾਂ, ਕੰਟਕ ਕੰਡੇ ਹੇੜੇ ਦੀ ਆਵਾਜ਼। ਸ਼ਿਕਾਰੀ ਨਾ ਮਿਰਗਾਂ ਨੂੰ ਫੜਨ ਵਾਸਤੇ ਇੱਕ ਸਾਜ਼ ਤਿਆਰ ਕਰਦੇ ਆ। ਇੱਕ ਘੜੇ ਦੇ ਵਿੱਚ ਗੁਰੂ ਪਿਆਰੋ ਧਾਗੇ ਨੂੰ ਖਿੱਚ ਕੇ ਬੰਨ੍ਹ ਦਿੰਦੇ ਆ, ਔਰ ਉਹ ਨੂੰ ਦੂਰ ਕਰਕੇ ਰੱਖ ਦਿੰਦੇ ਆ ਘੜੇ ਨੂੰ, ਤੇ ਉਹ ਧਾਗਾ ਖਿੱਚ ਕੇ 10 15 20 ਫੁੱਟ ਦੂਰੀ ਤੇ ਬੈਠ ਜਾਂਦੇ ਆ। ਤੇ ਉਸ ਧਾਗੇ ਨੂੰ ਜਦੋਂ ਉਂਗਲ ਨਾਲ ਹਿਲਾਉਂਦੇ ਆ ਨਾ, ਉਹਦੇ ਵਿੱਚ ਇੱਕ ਸਾਜ਼, ਇੱਕ ਆਵਾਜ਼ ਪੈਦਾ ਹੁੰਦੀ ਆ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਆਵਾਜ਼ ਹੈ ਉਹ ਮਿਰਗਾਂ ਨੂੰ ਬੜੀ ਚੰਗੀ ਲੱਗਦੀ ਆ, ਤੇ ਮਿਰਗ ਉਸ ਘੰਡੇ ਹੇੜੇ ਦੀ ਆਵਾਜ਼ ਨੂੰ ਸੁਣ ਕਰਕੇ ਉਸ ਘੰਡੇ ਹੇੜੇ ਦੇ ਸਾਜ਼ ਕੋਲੇ ਆ ਜਾਂਦੇ ਆ, ਤੇ ਸੁਣਦੇ ਸੁਣਦੇ ਮੁਗਧ ਹੋ ਜਾਂਦੇ ਆ, ਹੱਲਣਾ ਭੁੱਲ ਜਾਂਦੇ ਆ, ਚੱਲਣਾ ਭੁੱਲ ਜਾਂਦੇ ਆ, ਔਰ ਸ਼ਿਕਾਰੀ ਬੋਚ ਕੇ ਉਸ ਨੂੰ ਗਲੋਂ ਫੜ ਲੈਂਦੇ ਆ। ਕਹੋ ਸਤਿਨਾਮ ਵਾਹਿਗੁਰੂ। ਕਈ ਤਾਂ ਉਹਨੂੰ ਫੜ ਲੈਂਦੇ ਆ ਜਿਉਂਦਾ, ਤੇ ਕਈ ਉਹਨੂੰ ਤੀਰ ਮਾਰ ਕੇ ਮਾਰ ਲੈਂਦੇ ਆ। ਇਸੇ ਤਰ੍ਹਾਂ ਹੀ ਜਦੋਂ ਬਾਬਾ ਨਾਨਕ ਕਹਿਣ ਲੱਗੇ, ਜਦੋਂ ਗਲੀ ਦੇ ਵਿੱਚ ਭੱਜਦਾ ਹੈ ਤੇ ਉਸ ਦੇ ਕੰਗਣ ਸਗਲੇ, ਉਸ ਦੀ ਤੜਾਗੀ ਦੇ ਘੁੰਗਰੂ ਜਦੋਂ ਖੜਕਦੇ ਹਨ, ਤੇ ਉਹਨਾਂ ਨੂੰ ਦੇਖ ਕੇ ਨਗਰ ਨਿਵਾਸੀ ਇਉਂ ਖੜ ਜਾਂਦੇ ਆ ਜਿਵੇਂ ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਮਿਰਗ ਖੜ ਜਾਂਦੇ ਹਨ। ਏ ਬਿਦ ਬਾਲਕ ਲੀਲਾ ਕਰੇ ਧਿਆਨ ਜੇ ਧਰੇ ਭਉ ਦਿਦ ਤਰੇ। ਧਿਆਨ ਦਿਓ ਤੁਸੀਂ ਸਾਰੇ। ਭਾਈ ਸੰਤੋਖ ਸਿੰਘ ਕਵੀ ਬੜੀ ਕੰਮ ਦੀ ਗੱਲ ਹੀ ਕਹਿੰਦੇ ਆ। ਕਹਿੰਦੇ ਬਾਬੇ ਨਾਨਕ ਦੇ ਇਸ ਰੂਪ ਦਾ ਧਿਆਨ ਧਰ ਲਓ ਨਾ, ਤੁਹਾਡਾ ਉਧਾਰ ਐਦਾਂ ਹੀ ਹੋ ਜਾਣਾ। ਕਹੋ ਸਤਿਨਾਮ ਵਾਹਿਗੁਰੂ। ਆਹ ਤੁਹਾਨੂੰ ਮੈਂ ਸਰੂਪ ਖਿੱਚ ਕੇ ਦੱਸਿਆ। ਕਹਿੰਦੇ ਜੇ ਕੋਈ ਇਹੋ ਜਿਹੇ ਸਰੂਪ ਦਾ ਧਿਆਨ, ਜਿਵੇਂ ਗੁਰੂ ਹਰਕ੍ਰਿਸ਼ਨ ਜੀ, ਜਿਨ੍ਹਾਂ ਦੀ ਗੁਰੂ ਪਿਆਰਿਓ ਉਮਰ ਕੇਵਲ ਤੇ ਕੇਵਲ ਟੋਟਲ 8 ਸਾਲ ਉਹਨਾਂ ਨੇ ਵਰਤੀ ਆ ਸੰਸਾਰ ਦੀ ਉਮਰ, ਪਰ 8 ਸਾਲਾਂ ਦੇ ਵਿੱਚ ਉਹਨਾਂ ਨੇ ਸੰਸਾਰ ਦੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ, ਗਿਆਨ ਬਖਸ਼ਿਸ਼ ਕੀਤਾ। ਹਰਕ੍ਰਿਸ਼ਨ ਜੀ ਨੂੰ ਗਿਆਨ ਦੇ ਦਾਤੇ ਕਿਹਾ ਜਾਂਦਾ। ਤਾਂ ਉਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਬਚਪਨ ਦਾ ਉਹਨਾਂ ਦਾ ਸੁੰਦਰ ਸਰੂਪ,
ਜੇ ਕੋਈ ਐਸੇ ਸਰੂਪ ਦੇ ਧਿਆਨ ਵੀ ਧਰ ਲਵੇ ਉਹ ਵੀ ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਪੰਜ ਬਰਖ ਕੀ ਹੋਏ ਵੈਸਾ, ਕਰਨ ਲੱਗੇ ਕਾਰਜ ਪੁਨ ਐਸਾ। ਲਓ ਜੀ, ਹੁਣ ਉਹਨਾਂ ਦੀ ਉਮਰ ਭਾਈ ਸਾਹਿਬ ਜੀ ਕਹਿੰਦੇ 5 ਸਾਲ ਦੇ ਹੋ ਗਏ ਆ, ਤੇ ਹੁਣ 5 ਸਾਲ ਦੇ ਹੋ ਗਏ ਤੇ ਹੁਣ ਕੀ ਕਰਨ ਲੱਗੇ ਆ? ਲੈ ਬਸਤ ਕਰ ਬਾਹਰ ਤਾਵੈ, ਜੋ ਲੈਵੇ ਸੋ ਜਾਏ ਗਵਾਵੈ। ਹੁਣ 5 ਸਾਲ ਦੇ ਹੋ ਗਏ ਤੇ ਘਰੋਂ ਕੋਈ ਚੀਜ਼ ਚੱਕ ਕੇ ਲੈ ਜਾਂਦੇ ਆ ਖੇਡਾਂ 'ਚ, ਪਰ ਜਿਹੜੀ ਲੈ ਜਾਂਦੇ ਆ ਚੱਕ ਕੇ ਉਹ ਮੁੜ ਕੇ ਮੋੜ ਕੇ ਨਹੀਂ ਲਿਆਉਂਦੇ, ਬਾਹਰ ਹੀ ਸਿੱਟੇ ਆਉਂਦੇ ਆ। ਦੋਹਰਾ ਭਾਜਨ ਭੂਕਨ ਬਸਨ ਜੇ, ਨਿਜ ਨਕੇਤ ਤੇ ਲੈ। ਭਾਂਜਨ ਭਾਂਡੇ ਔਰ ਭੂਖਣ ਗਹਿਣੇ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੱਚਿਆਂ ਨਾਲ ਖੇਡਦੇ ਹੋਏ ਬਾਲ ਸਰੂਪ, ਲਾਲ ਜੀ, ਬਾਲਾ ਪ੍ਰੀਤਮ ਛੋਟੇ ਹੁੰਦਿਆਂ ਦੇ ਨਾਮ ਆ ਉਹਨਾਂ ਦੇ, ਔਰ ਬੱਚਿਆਂ ਨਾਲ ਖੇਡਦੇ ਗੰਗਾ ਤੇ ਆਉਂਦੇ ਆ। ਕਿਸੇ ਪ੍ਰੇਮੀ ਨੇ 2 ਕੰਗਣ ਬਣਾ ਕੇ ਦਿੱਤੇ ਸੋਨੇ ਦੇ ਛੋਟੇ ਛੋਟੇ, ਤੇ ਖੇਡਦਿਆਂ ਕੰਗਣ ਨੇ ਕਲਾਇਆ ਤੇ ਚਲਾ ਕੇ ਗੰਗਾ ਦੇ ਵਿਚਾਲੇ ਮਾਰਿਆ। ਜਦ ਮਾਤਾ ਗੁਜਰੀ ਜੀ ਨੇ ਸੱਦੇ ਵੀ ਆ ਜਾਓ ਰੋਟੀ ਖਾ ਲਓ, ਹੁਣ ਬੱਚੇ ਕਹਿੰਦੇ ਇਹ ਬਾਲਾ ਪ੍ਰੀਤਮ ਕੰਗਣ ਸਿੱਟਿਆ ਇੱਕ ਹੈ, ਵੇਖਾਂ ਕਿੱਥੇ ਆ? ਕਹਿੰਦੇ ਉੱਥੇ ਸਿੱਟਤਾ। ਕਹਿੰਦੇ ਚੱਲ ਦੱਸ ਮੈਨੂੰ। ਬੱਚਿਆਂ ਨਾਲ ਮਾਤਾ ਜੀ ਨਾਲ ਆ ਗਏ, ਕਿਨਾਰੇ ਤੇ ਖੜ ਗਏ, ਕਹਿੰਦੇ ਕਿੱਥੇ ਸਿੱਟਿਆ? ਦੂਜਾ ਲਾਇਆ, ਉਹ ਵੀ ਚਲਾ ਕੇ ਮਾਰਿਆ, ਕਹਿੰਦੇ ਉੱਥੇ ਸਿੱਟਿਆ। ਸੱਚੀ ਦੱਸਣਾ ਸੀ ਨਾ, ਉਹਦੇ ਨਾਲ ਹੀ ਦੱਸਿਆ, ਕਹਿੰਦੇ ਉੱਥੇ ਸਿੱਟਿਆ। ਕਹਿੰਦੇ ਇਹ ਕੀ ਕੀਤਾ ਲਾਲ ਜੀ? ਬਚਪਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਮੈਂ ਆਪਣੇ ਸਿੱਖਾਂ ਨੂੰ ਗੰਗਾ ਦਾ ਪਾਣੀ ਮੁੱਲ ਖਰੀਦ ਕੇ ਦੇਤਾ, ਜਿੱਥੇ ਮੇਰਾ ਸਿੱਖ ਜਾਊਗਾ ਪਾਣੀ ਮਗਰ ਜਾਊਗਾ। ਦੇਖੋ ਮਾਰਵਾੜ ਤੱਕ ਸਿੱਖਾਂ ਨੇ, ਪੰਜਾਬ ਦੇ ਸਰਦਾਰਾਂ ਨੇ ਪਾਣੀ ਚੜਾਤਾ। ਕਹੋ ਸਤਿਨਾਮ। ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਾਂ। ਹੁਣ ਕੀ ਹੋਇਆ? 5 ਸਾਲ ਦੇ ਹੋਏ ਮੇਰੇ ਪ੍ਰੀਤਮ ਬਾਬਾ ਨਾਨਕ ਜੀ, ਘਰੋਂ ਕੋਈ ਗੜਵੀ ਕੌਲੀ ਕੋਈ ਭਾਂਡਾ ਲੈ ਜਾਂਦੇ ਆ, ਉਹ ਬਾਹਰ ਸਿੱਟੇ ਆਉਂਦੇ ਆ। ਕਈ ਵਾਰੀ ਕੰਗਣ ਸਗਲਿਆਂ ਵਿੱਚੋਂ ਗਹਿਣੇ ਬਾਹਰ ਸਿੱਟੇ ਆਉਂਦੇ ਹਨ। ਜਾਏ ਨਿਸਤੇ ਜਾਏ ਤਹਿ, ਜਾਏ ਅਗਾਤ ਦਨੇ। ਔਰ ਬਸਤਰ ਕੱਪੜਾ ਵੀ ਸਿੱਟੇ ਆਉਂਦੇ, ਚੱਕ ਕੇ ਸਿੱਟ ਕੇ ਨਹੀਂ ਆਉਂਦੇ। ਬਾਹਰ ਦੇ ਪਿੱਛੇ ਕੋਈ ਨਾ ਕੋਈ ਉਹਨੂੰ ਟੱਕਰ ਜਾਂਦਾ ਹੈ। ਬਚਪਨ ਤੋਂ ਹੀ ਇਹ ਕੰਮ ਸ਼ੁਰੂ ਕਰਤਾ। ਕੋਈ ਗਰੀਬ ਟੱਕਰ ਜਾਂਦਾ ਹੈ, ਉਹਦੇ ਮੂਹਰੇ ਸਿੱਟ ਕੇ ਭੱਜੇ ਆਉਂਦੇ ਆ, ਉਹਨੂੰ ਦੇ ਆਉਂਦੇ ਆ, ਉਹ ਲੈ ਜਾਂਦਾ ਹੈ। ਚੌਪਈ ਕਰਤ ਨਿਤਾ ਪ੍ਰਤ ਇਹ ਵਿਦਕਾਰ, ਦਿਆ ਕਰਨ ਕੋ ਜੇ ਵਿਵਹਾਰ। ਹੁਣ ਇਹਨਾਂ ਦਾ ਸੁਭਾਅ ਹੀ ਬਚਪਨ ਤੋਂ ਹੀ ਹੈ, ਕਿਉਂਕਿ ਇਹ ਉਹੀ ਹੈ ਜਿਹੜਾ ਦੇਂਦਾ ਦੇ ਲੈਂਦੇ ਥੱਕ ਪਾਹੇ। ਕਹੋ ਸਤਿਨਾਮ। ਮਾਤਾ ਪਿਤਾ ਨੂੰ ਤਾਂ ਆਪਣਾ ਪੁੱਤਰ ਹੀ ਲੱਗਦਾ ਹੈ ਨਾ, ਸਾਨੂੰ ਤਾਂ ਉਸ ਵੇਲੇ ਬਚਪਨ ਦਾ ਬਾਲਕਾ ਹੀ ਲੱਗਦਾ ਹੈ, ਪਰ ਇਹ ਤਾਂ ਆਪਣਾ ਆਦਿ ਜੁਗਾਦੀ ਸੁਭਾਅ ਨਾਲ ਹੀ ਰੱਖਦਾ। ਇਸ ਕਰਕੇ ਇਹਨੇ ਆਪਣਾ ਸੁਭਾਅ ਬਚਪਨ ਤੋਂ ਸ਼ੁਰੂ ਕਰਤਾ ਵਰਤਣਾ। ਜਿਹੜੀ ਚੀਜ਼ ਚੱਕਦਾ ਬਾਹਰ ਸਿੱਟੇ ਆਉਂਦਾ ਹੈ, ਕਿਉਂਕਿ ਇਹ ਦਿਆਲੂ ਹੈ। ਇੱਕ ਬਾਸੁਰ ਇੱਕ ਭਾਜਨ ਲੀਨਾ, ਰੰਗ ਪਿਕਿਓ ਇੱਕ ਤੈ ਸੁੱਟ ਦੀਨਾ। ਇੱਕ ਦਿਨ ਦੀ ਗੱਲ ਹੈ, ਘਰੋਂ ਇੱਕ ਭਾਂਡਾ ਚੱਕਿਆ, ਬਾਹਰ ਕੋਈ ਗਰੀਬ ਦੇਖਿਆ, ਉਹਦੇ ਮੂਹਰੇ ਸਿੱਟ ਦਿੱਤਾ ਲਿਜਾ ਕੇ। ਮੁਰ ਕਰ ਨਿਜ ਕਰ ਆਏ ਜਬੇ, ਜਨਨੀ ਹੀਰੇ ਰੋਸੇ ਤਬੇ। ਧਿਆਨ ਦਿਓ, ਬੜੇ ਪਿਆਰ ਦੀ ਗੱਲ ਹੈ। ਕਹਿੰਦੇ ਜਦੋਂ ਘਰੇ ਆਏ ਤੇ ਮਾਂ ਨੇ ਜਾਂਦੇ ਨੂੰ ਵੇਖ ਲਿਆ ਵੀ ਹੁਣ ਗੜਵੀ ਕੌਲੀ ਕੋਈ ਭਾਂਡਾ ਚੱਕ ਕੇ ਲਗਿਆ ਬਾਹਰ ਨੂੰ, ਦੇਖਦੀਆਂ ਕੀ ਕਰਦਾ। ਜਦ ਮੁੜ ਕੇ ਆਏ ਖਾਲੀ ਹੱਥ, ਬੇਬੇ ਤ੍ਰਿਪਤਾ ਆ ਗਈ ਗੁੱਸੇ 'ਚ, ਚੁੱਲ੍ਹੇ ਕੋਲੋਂ ਛਟੀ ਚੱਕ ਲਈ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਭੋਜਨ ਲਗੇ ਕਹਾਂ ਤੇ ਗੇਰਾ, ਅਬ ਤੋ ਕਰ ਮੈਂ ਭਈ ਨਾ ਦੇਰਾ। ਕਹਿੰਦੀ ਦੱਸ ਕਿੱਥੇ ਸਿੱਟ ਕੇ ਆਇਆ ਤੂੰ? ਹੁਣੇ ਭਾਂਡਾ ਲਗਿਆ ਚੱਕ ਕੇ, ਹੁਣ ਤੇਰੇ ਹੱਥ ਵਿੱਚ ਸੀਗਾ, ਦੱਸ ਕਿੱਥੇ ਸਿੱਟਿਆ? ਮੁਖ ਤੇ ਕਹੇ ਨਾ ਉੱਤਰ ਕੋ, ਪਏ ਤੂਸ਼ਨੀ ਗਤ ਦਾ ਜੋ। ਪਰ ਐਸਾ ਸੁਭਾਅ ਸੀ ਬਚਪਨ ਤੋਂ ਹੀ, ਤੇ ਅਖੀਰ ਤੱਕ ਆਪਣੇ ਮਾਂ ਪਿਓ ਦੇ ਮੂਹਰੇ ਬੋਲਦੇ ਨਹੀਂ ਸੀ। ਕਹੋ ਸਤਿਨਾਮ। ਬੋਲਦੇ ਨਹੀਂ ਸੀ, ਚੁੱਪ ਕਰਕੇ ਨੀਵੀਂ ਪਾਲੀ ਐ। ਕਰ ਮੈਂ ਲੈ ਲਕਰੀ ਤਬ ਮਾਤਾ, ਡਰ ਪਾਵਨ ਲਾਗੀ ਨਿਜ ਤਾਤਾ। ਔਰ ਮਾਂ ਨੇ ਚੱਕ ਲਈ ਛਟੀ ਚੁੱਲ੍ਹੇ ਕੋਲੋਂ, ਕਹਿੰਦੀ ਖੜ ਜਾ, ਤੈਨੂੰ ਮੈਂ ਦੱਸਦੀ ਆ, ਤੂੰ ਨਵਾਂ ਹੀ ਰੱਥ ਫੜਿਆ। ਜਿਹੜੀ ਚੀਜ਼ ਚੱਕਦਾ ਬਾਹਰ ਸਿੱਟੇ ਆਉਣਾ, ਜਿਹੜੀ ਚੱਕਦਾ ਬਾਹਰ ਸਿੱਟੇ ਆਉਣਾ। ਨਾਨਕ ਜੀ ਨੀਵੀਂ ਪਾ ਕੇ ਖੜੇ ਆ। ਦੋਹਰਾ ਮ੍ਰਿਗ ਅਰਬਕ ਸੇ ਚਿਕਿਤਾ, ਚੱਖ ਕਰੇ ਨੀਚ ਡਰ ਮਾਤ। ਔਰ ਮਾਂ ਤੋਂ ਡਰਦਿਆਂ ਹੋਇਆਂ ਨੇ ਨੀਵੀਂ ਪਾ ਲਈ ਹੈ।
ਮਿਰਗ ਵਰਗੇ ਛੋਟੇ ਛੋਟੇ ਨੇਤਰ ਸਤਿਗੁਰਾਂ ਦੇ। ਸਾਜਨ ਪਈ ਚੱਕ ਦੋ ਮਨੋ ਛੋਰਤ ਸਰਤਾ ਗਾਤ। ਔਰ ਅੱਖਾਂ ਦੇ ਵਿੱਚੋਂ ਜਿਵੇਂ ਮਾਨੋ ਪਾਣੀ ਦੀਆਂ ਨਦੀਆਂ ਵਹਿ ਤੁਰੀਆਂ, ਬੋਲਦੇ ਨਹੀਂ ਰੋਂਦੇ ਨਹੀਂ ਉੱਚੀ, ਪਰ ਅੱਖਾਂ 'ਚੋਂ ਪਾਣੀ ਡਿੱਗਣ ਲੱਗਿਆ ਹੈ। ਚੌਪਈ ਲਾਲੂ ਪ੍ਰਤਬੰਧ ਤਬ ਆਇਓ ਕਰਨਾ ਰਸ ਮੈਂ ਹੋ ਛਟਕਾਇਓ। ਕਹਿੰਦੇ ਮਾਤਾ ਲੈ ਕੇ ਛੱਟੀ ਮਾਰ ਨਹੀਂ ਲੱਗੀ ਸੀ, ਮਾਰਦੀ ਤਾਂ ਨਹੀਂ ਮਾਂ ਬੱਚੇ ਨੂੰ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਬਖਸ਼ੇ ਤਾਂ ਗੁਰ ਵਡਿਆਈ। ਗੁਰੂ ਦੇ ਵਿੱਚ ਵੀ ਇਹ ਗੁਣ ਹੈ ਕਿ ਜੇ ਸਿੱਖ ਨੂੰ ਝਿੜਕਦਾ ਤਾਂ ਵੀ ਸਿੱਖ ਦੇ ਭਲੇ ਵਾਸਤੇ, ਜੇ ਪਿਆਰ ਕਰਦਾ ਤਾਂ ਵੀ ਭਲੇ ਵਾਸਤੇ, ਤੇ ਮਾਂ ਪਿਓ ਵੀ ਬੱਚੇ ਨੂੰ ਝਿੜਕਦੇ ਆ ਤਾਂ ਉਹਦੇ ਭਲੇ ਵਾਸਤੇ, ਜੇ ਪਿਆਰ ਕਰਦੇ ਆ ਕੋਈ ਵਸਤੂ ਦਿੰਦੇ ਆ ਤਾਂ ਵੀ ਉਹਦੇ ਭਲੇ ਵਾਸਤੇ। ਹੁਣ ਮਾਤਾ ਨੇ ਡਰਾਉਣ ਵਾਸਤੇ ਵੀ ਗਾਂ ਨੂੰ ਕੋਈ ਭਾਂਡਾ ਨਾ ਸਿੱਟ ਕੇ ਆਵੇ, ਛੱਟੀ ਚੱਕ ਲਈ, ਕਹਿੰਦੀ ਖੜ ਜਾ ਮੈਂ ਦੱਸਦੀ ਆ ਤੈਨੂੰ, ਤੂੰ ਜਿਹੜੀ ਚੀਜ਼ ਚੱਕਦਾ ਬਾਹਰ ਸਿੱਟੀ ਆਉਣਾ ਹੈ। ਤੁਰੰਤ ਹੈ ਇਤਨੇ ਹੀ ਲਾਲੂ ਪਿੱਤਰ ਬੰਧੂ, ਪਿਓ ਦਾ ਭਾਈ ਚਾਚਾ ਲਾਲੂ ਆਇਆ। ਚਾਚੇ ਨੂੰ ਭਤੀਜੇ ਨਾਲ ਬੜਾ ਪਿਆਰ ਹੁੰਦਾ। ਜਦ ਵੇਖਿਆ ਵੀ ਤ੍ਰਿਪਤਾ ਗੁੱਸੇ 'ਚ ਹੈ, ਹੱਥ ਵਿੱਚ ਛਟੀ ਫੜੀ ਆ, ਨਾਨਕ ਜੀ ਖੜੇ ਰੋਈ ਜਾਂਦੇ ਆ, ਅੱਖਾਂ 'ਚ ਪਾਣੀ ਡੇਗੀ ਜਾਂਦੇ ਆ, ਭੱਜ ਕੇ ਕਹਿੰਦੇ ਰਿਸ ਕੀਨੇ ਕਹੀ ਪੁਨਵਾਕੋ ਬਹੁ ਔਗਨ ਕੀਨੇ ਇਨ ਪ੍ਰਾਕੂ। ਆ ਕੇ ਕਹਿੰਦੇ ਉਹ ਭਲੀਏ ਮਾਨਸੇ ਕੀ ਕਰਦੀ ਐ ਤੂੰ, ਬੱਚਾ ਕੁੱਟਣਾ? ਕਹਿੰਦੀ ਪਰੇ ਹੋ ਜਾ ਲਾਲੂ, ਇਹਨੇ ਪਹਿਲਾਂ ਵੀ ਬਹੁਤ ਗਲਤੀਆਂ ਕੀਤੀਆਂ, ਅੱਜ ਮੈਂ ਇਹਨੂੰ ਕੁੱਟੂੰਗੀ। ਲੈ ਸਦਨ ਤੇ ਵਸਤ ਜਿਹੇਰੇ ਬਾਹਰ ਨਾ ਆਨੇ ਬਾਹਰ ਗੇਰੇ। ਜਿਹੜੀ ਬਸਤੀ ਘਰੋਂ ਚੱਕਦਾ, ਜਿਹੜੀ ਚੀਜ਼ ਘਰੋਂ ਚੱਕਦਾ ਬਾਹਰ ਸਿੱਟ ਆਉਂਦਾ, ਮੋੜ ਕੇ ਨਹੀਂ ਲਿਆਉਂਦਾ। ਨਿਠਨ ਨਿਡਰ ਸੋਟੀ ਥੇ ਜੈਸਾ ਅਬ ਲੋ ਨਾ ਨਿਹਾਰੋ ਐਸਾ। ਮੈਂ ਇਹਦੇ ਵਰਗਾ ਨਿਡਰ ਹੈ ਤਾਂ ਹੈਗਾ, ਨਿਰਭਉ ਨਿਰਵੈਰ ਹੈ ਨਾ, ਮਾਂ ਸੱਚੀ ਗੱਲ ਹੀ ਕਹਿ ਰਹੀ ਹੈ। ਇਹਦੇ ਵਰਗਾ ਨਿਡਰ, ਇਹਦੇ ਵਰਗਾ ਢੀਠ, ਇਹਦੇ ਵਰਗਾ ਮੈਂ ਅਜੇ ਤੱਕ ਨਿਠੁਰ ਵੇਖਿਆ ਨਹੀਂ, ਜਿਹੜਾ ਗੱਲ ਨਾ ਸਮਝੇ। ਇਹ ਨਿਤ ਕੋਈ ਨਾ ਕੋਈ ਚੀਜ਼ ਚੱਕ ਕੇ ਸਿੱਟ ਆਉਂਦਾ ਬਾਹਰ, ਪਰੇ ਹੋ ਜਾ ਤੂੰ। ਪੂਰਬੇ ਨਬੋ ਵਸਤ ਗਵਾਈ ਹੋ ਕਹਿ ਰਹੀ ਸਮਝ ਨ ਆਈ। ਬਥੇਰਾ ਸਮਝਾਉਣੀਆਂ ਵੀ ਬਾਹਰ ਸਿੱਟਿਆ ਤੂੰ, ਗੜਵੀ ਲੈ ਕੇ ਆ ਚੱਕ ਕੇ, ਪਰ ਇਹ ਰੋਜ਼ ਕੋਈ ਨਾ ਕੋਈ ਚੀਜ਼ ਚੱਕ ਕੇ ਸਿੱਟ ਆਉਂਦਾ। ਸੋਸਨ ਯੋਗ ਅਬੇ ਤੁਝ ਛੋਰਾ ਐਸਾ ਕਾਜ ਨਾ ਕਰ ਪੁਨ ਔਰਾ। ਸੰਸਨ ਯੋਗ ਵੈਸੇ ਮੈਂ ਕੁੱਟਣਾ ਸੀਗਾ, ਲਾਲੂ ਤੂੰ ਵਿੱਚ ਆ ਗਿਆ, ਚੱਲ ਮੈਂ ਹੁਣ ਛੱਡ ਦਿੰਨੀ ਆ। ਕੋ ਸਤ ਮਾਂ ਨੂੰ ਰੱਜੀ ਕਰਦਾ ਕਿਤੇ ਹੁਣ ਕੋਮਲ ਜਿਹਾ ਸਰੀਰ ਤੇ ਛੱਟੀ ਮਾਰਨੀ ਆ ਮਾਤਾ ਨੇ, ਨਹੀਂ, ਪਰ ਮਾਂ ਚਾਹੁੰਦੀ ਆ ਮੇਰਾ ਪੁੱਤਰ ਜਿਹੜਾ ਸਿੱਧੇ ਰਸਤੇ ਪੈ ਜੇ, ਪਰ ਮਾਂ ਨੂੰ ਕੀ ਪਤਾ ਵੀ ਐਦਾਂ ਗਵਾਉਣ ਵਾਲਾ ਹੀ ਹੈ। ਕੋ ਸਤਨ ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਅੱਜ ਦਾ ਥੋੜਾ ਹੀ ਆ, ਇਹ ਤਾਂ ਆਦੀ ਜੁਗਾਦੀ ਹੈ, ਪਰ ਹਜੇ ਪਤਾ ਨਹੀਂ ਹੈਗਾ ਨਾ। ਇਸ ਕਰਕੇ ਜਦੋਂ ਲਾਲੂ ਜੀ ਨੇ ਰੋਕਿਆ ਕਿ ਮਾਂ ਨੇ ਛਟੀ ਸਿੱਟਤੀ, ਕਹਿੰਦੀ ਤੂੰ ਵਿੱਚ ਆ ਗਿਆ, ਨਹੀਂ ਮੈਂ ਅੱਜ ਨੂੰ ਕੁੱਟਣਾ ਸੀਗਾ। ਤੋਹਰਾ ਜਨਨੀ ਜੋ ਸਮਝਾਏ ਕੈ ਉਰ ਪਰ ਆਇਓ ਨੇ ਹੋ। ਔਰ ਗੁੱਸਾ ਤਾਂ ਕਿਧਰੇ ਗਿਆ ਤੇ ਹਿਰਦੇ ਵਿੱਚ ਪ੍ਰੇਮ ਭਰਿਆ ਆ। ਛਿੱਟ ਕੇ ਛਟੀ, ਫਿਰ ਨਾਨਕ ਜੀ ਨੂੰ ਚੱਕ ਕੇ ਗੋਦ, ਕਿਉਂਕਿ ਸਿਸਕੀਆਂ ਲੈ ਰਹੇ ਸੀ ਖੜੇ ਵੀ ਬੇਬੇ ਕੁੱਟੂਗੀ, ਚੱਕਿਆ ਤੇ ਛਾਤੀ ਨਾਲ ਲਾਇਆ ਹੈ, ਉਹਦੀ ਪਿੱਠ ਥਪਥਪਾਈ ਆ। ਕੀ ਕਹਿੰਦੀ? ਕਰਕੇ ਅੰਕ ਬਿਠਾਇਓ ਨਿਜ ਸੁਤ ਕਰਨਾ ਗੇ ਹੋ। ਔਰ ਬੜੇ ਪਿਆਰ ਦੇ ਨਾਲ ਫੜ ਕੇ ਗੋਦ ਵਿੱਚ ਲੈ ਲਿਆ। ਚੌਪਈ ਪਹੁੰਚਤ ਈਚਨ ਸ਼ਰਾਚਨ ਜਬ ਛਕੀ ਮੋਹ ਮੈਂ ਪਿਕ ਜਨਨੀ ਤਬ। ਔਰ ਉਹਦੀਆਂ ਅੱਖਾਂ ਪੂੰਝਣ ਲੱਗੀ ਮਾਂ ਹੁਣ ਗੋਦ 'ਚ ਲੈ ਕੇ ਆਪਣੀ ਚੁੰਨੀ ਦੇ ਨਾਲ, ਨਾਲੇ ਅੱਖਾਂ ਸਾਫ਼ ਕਰਦੀ ਆ, ਔਰ ਨਾਲੇ ਉਸ ਨੂੰ ਵੇਖ ਕੇ ਛੱਬ ਸ਼ਿਵਾਂਸ਼ਨ ਖੁਸ਼ ਹੋ ਰਹੀ ਆ। ਛੱਕੀ ਮੋਹ ਮੇ ਮੋਹ ਭਰ ਗਿਆ, ਅੰਦਰ ਪਿਆਰ ਭਰ ਗਿਆ। ਤੇ ਕੀ ਕਹਿੰਦੀ? ਪਛਤਾਪ ਕਰਤ ਚਿਤ ਮਾਹੀ ਹਮਰੇ ਸਦਨ ਇੱਕ ਸੁਤ ਆਹੀ। ਇੱਕ ਪੁੱਤਰ ਹੈ ਮੇਰੇ ਘਰ ਵਿੱਚ, ਉਹ ਮੂਰਖ ਤ੍ਰਿਪਤਾ, ਤੂੰ ਇਹਨੂੰ ਕੁੱਟਣ ਲੱਗੀ ਸੀ। ਇੱਥੇ ਵਸਤੂਆਂ ਦਾ ਘੱਟ ਹੈ, ਜਿੰਨੀਆਂ ਮਰਜ਼ੀ ਸਿੱਟ ਦੇਵੇ। ਇਹ ਤਾਂ ਬਹੁਤ ਗਲਤ ਸੀਗਾ। ਆਪਣੇ ਆਪ ਨੂੰ ਮਾਤਾ ਪਛਤਾਪ ਕਰਦੀ ਹੋਈ ਕਹਿੰਦੀ ਆ। ਤੇ ਫਿਰ ਬਾਲ ਬੈਸੇ ਆਪਨ ਪਰ ਕੋ ਹਾਨ ਲਾਭ ਨ ਜਾਣੇ ਕਰ ਕੋ। ਆਪ ਹੀ ਕਹਿੰਦੀ ਇਹ ਹਜੇ ਬੱਚਾ ਤ੍ਰਿਪਤਾ, ਦੱਸ ਕਮਲੀ ਨਾ ਹੋਵੇ ਤਾਂ ਕੁੱਟਦਿਆ ਸੀ ਜਵਾਕ, ਝਿੜਕਦਾ ਲੱਤ ਹੈ, ਇਹਨੂੰ ਕੀ ਪਤਾ ਹੈ ਆਪਣੇ ਬਗਾਨੇ ਦਾ ਹਜੇ। ਵੱਡੋ ਹੋਏ ਸਮਝੇ ਸਭ ਰੀਤੀ ਅਬ ਡਰ ਪਾਵਨ ਕੀ ਨਹਿ ਨੀਤੀ। ਛੱਡ ਗਵਾਚ ਗਏ ਭਾਂਡੇ, ਕੋਈ ਗੱਲ ਨਹੀਂ, ਵੱਡਾ ਹੋ ਕੇ ਆਪੇ ਸਮਝੂਗਾ। ਔਰ ਵਿਚਾਰ ਕਰੇ ਬਿਦ ਮਾਤਾ ਤਜਿ ਅੰਕ ਤੇ ਹਿਤ ਕਰਤਾ ਤਾ। ਇਹ ਬਣਾ ਕੇ ਬੱਚੇ ਨੂੰ ਫਿਰ ਉਸੇ
ਅਵਸਥਾ ਵਿੱਚ ਲਿਆ ਕੇ ਖੁਸ਼ ਕਰਕੇ ਛੱਡਤਾ। ਨਾਨਕ ਨੇ ਜਾ ਖੇਡ ਲਾ। ਖੇਲਣ ਲੱਗੇ ਬਾਲਕਨ ਮਾਹੀ, ਜਿਕੇ ਦਰਸ਼ਨ ਦੋਖ ਸਨਾਹੀ। ਫੇਰ ਭੱਜ ਕੇ ਉੱਠ ਕੇ ਗੋਦੀ ਚੋਂ ਬਾਹਰ ਚਲੇ ਗਏ, ਬੱਚਿਆਂ ਨਾਲ ਖੇਡਣ ਲੱਗੇ। ਅਗਲੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਹੈ, ਰੋਕਣ ਦੀ ਆਗਿਆ ਬਖਸ਼ੋ। ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਦਾ ਸਬੂਤ ਦੇ ਕੇ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ। ਅਰਦਾਸ ਕਰਦੇ ਹਾਂ ਗੁਰੂ ਨਾਨਕ ਆਪ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ। ਆਓ ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्वमय गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे बनहार, हे संत है कै सदा संग तारा आधार, हे ठाकुर हों दासरो मैं निर्गुण गुण नहीं कोई, नानक दीजै नाम दान राखो ही परोए, आए प्रभ शरणागति कृपा निध दयाल, एक अखर हर मन बसत नानक होत निहाल, एक ओंकार सतगुरु ते प्रसाद सच होए, वाहिगुरु जी की फतेह विघ्न है, विनाशन सोए, वाहिगुरु जी की फतेह विघ्न है। विनाशन सोए। वाहिगुरु जी का खालसा, वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰਜਾ ਸਰਵਣ ਕੀਤੇ। ਆਓ ਕੀਰਤਨ ਸਰਵਣ ਕਰੀਏ ਜੀ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ